ਵੀ ਜ਼ਿੰਦਗੀ ਦੀਆਂ ਸਿਖਰ ਦੀਆਂ ਪੌੜੀਆਂ ਤੇ ਚੜ੍ਹਨ ਨੂੰ ਤੁਹਾਨੂੰ ਪੰਚੁਅਲ ਜੀ ਤੇ ਡਿਸਪਲਿਨ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਸਾਨੂੰ ਐਵੇਂ ਬਿਨਾਂ ਗੱਲੋਂ ਆਪਣਾ ਡਿਸਪਲਿਨ ਨਹੀਂ ਹਿਲਾ ਲੈਣਾ ਚਾਹੀਦਾ। ਅੱਜ ਮੇਰਾ ਮਰ ਜਾ ਸਰੀਰ ਦੁਖਦਾ, ਜੀ ਨਹੀਂ ਕਰਦਾ। ਮੈਂ ਅਕਸਰ ਇੱਕ ਗੱਲ ਨੂੰ ਕਹਿੰਦਾ ਹੁੰਦਾ ਵੀ ਜਿਹੜੀ ਜ਼ਿੰਦਗੀ ਆ, ਜ਼ਿੰਦਗੀ ਬੈਲੈਂਸ ਨਾਲ ਜ਼ਿੰਦਗੀ ਵਧੀਆ ਬਣਦੀ ਹੈ। ਮੈਂ ਕਦੀ ਨੇ ਕਦੀ ਕਹਿੰਦਾ ਵੀ ਪੈਸੇ ਤੋਂ ਬਿਨਾਂ ਜ਼ਿੰਦਗੀ ਸਰ ਸਕਦੀ। ਮੈਂ ਖੁਦ ਰੋਜ਼ ਮਿਹਨਤ ਕਰਦਾ, ਪੈਸੇ ਬਣਾਉਂਦੇ ਆ। ਕਿਤਾਬ ਪੜ੍ਹਨੀ ਵੀ ਮੇਰਾ ਇੱਕ ਸ਼ੌਂਕ ਹੈ। ਅਰੇ ਵਾਹ, ਕਿਤਾਬਾਂ ਜਿਹੜੀਆਂ ਉਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ, ਅਸੀਂ ਮੰਨੀਏ ਜਾਂ ਨਾ ਮੰਨੀਏ। ਅਸੀਂ ਥੱਲੇ ਇੰਡੀਆ ਵਾਲੀ ਖੇਸੀਆਂ ਅਸੀਂ ਲਿਆਇਓ ਸੀ ਜਿਹੜੇ ਆਪਣੇ ਟੈਸਟ ਕੇਸ ਪਾ ਕੇ ਉੱਤੇ 6 ਸਾਲ ਸੁੱਤੇ। ਮੈਨੂੰ ਤਾਂ ਇੰਝ ਲੱਗਦਾ ਵੀ ਆਹ ਜਿਹੜਾ ਤਰੀਕਾ ਸੀ, ਅਸੀਂ ਟਾਈਮ ਬੜਾ ਦਿੱਤਾ, ਅਸੀਂ ਪੈਸੇ ਦੀ ਪਰਵਾਹ ਨਹੀਂ ਕੀਤੀ। ਅਸੀਂ ਇਹਨਾਂ ਨੂੰ ਜਿੱਦਾਂ ਦੀ ਬੋਲੀ ਅਸੀਂ ਬੋਲਦੇ ਹਾਂ ਉੱਦਾਂ ਦੀ ਇਹਨਾਂ ਨੂੰ ਬੋਲੀ ਸਿਖਾਈ ਆ। ਜਿੱਥੇ ਅਸੀਂ ਬਹਿੰਦੇ ਉੱਦਾਂ ਦੇ ਇਹਨਾਂ ਨੂੰ ਬਹਿਣਾ ਸਿਖਾਇਆ। ਤੇ ਜਿਹੜੇ ਹੁਣ ਗ੍ਰੈਂਡ ਚਿਲਡਰਨ ਵੀ ਆ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਮਾਂ-ਬਾਪ ਦੀ ਹੋਰ ਵੀ ਐਕਸਟਰਾ ਰਿਸਪੌਂਸਿਬਿਲਿਟੀ ਬਣਦੀ ਆ। ਚੰਗੀ ਜੌਬ ਦਾ ਲੈਣਾ, ਕਿਤੇ ਵੱਡਾ ਅਫਸਰ ਬਣਨਾ, ਜਿੱਦਾਂ ਹੁਣ ਅਸੀਂ ਆ ਇੱਥੇ, ਅਸੀਂ ਦੇਖੋ ਕਿੱਥੇ ਤੋਂ ਕਿੱਥੇ ਪਹੁੰਚ ਗਏ। ਬਿਲਕੁਲ, ਇਹ ਤਾਂ ਸੁਪਨੇ ਸਨ। ਇੱਕ ਤੇ ਅਸੀਂ ਪਿੱਛੋਂ ਅਮੀਰ ਨਹੀਂ ਸੀ, ਅਸੀਂ ਤੇ ਕਿੱਲਾ ਖੰਡ ਵੇਚ ਕੇ ਹੀ ਟਿਕਟ ਲਈ ਸੀ। ਜਿਹੜਾ ਸੀਗਾ ਮੀਡੀਅਮ ਤੋਂ ਥੱਲੇ ਸੀਗੇ, ਮੀਡੀਅਮ ਵੀ ਥੱਲੇ ਸੀ। ਉਹਨਾਂ ਦਿਨਾਂ 'ਚ ਸਾਨੂੰ ਫੀਲ ਕਰਦੇ ਸੀ ਵੀ ਸਾਨੂੰ ਇਕਨੋਮਿਕਲੀ ਸ਼ਾਇਦ ਫਰਕ ਪਊਗਾ, ਪਰ ਹੁਣ ਅਸੀਂ ਫੀਲ ਕਰਦੇ ਹਾਂ ਵੀ ਸਾਨੂੰ ਕੋਈ ਫਰਕ ਨਹੀਂ ਪਿਆ। ਅਸੀਂ ਐਕਚੁਅਲੀ ਵੀ ਗੇਨ ਆਊਟ ਆਫ ਦਿਸ। ਅਸੀਂ ਮਤਲਬ ਬੈੱਡ ਅਸੀਂ 6 ਸਾਲ ਬਾਅਦ ਲਿਆ ਸਾਡੇ ਆਪਣੇ ਸੌਣ ਨੂੰ, ਕਿਉਂ ਸਾਡੇ ਜਿਹੜਾ ਗੋਲ ਸੀਗਾ ਉਹ ਆਪਣੀ ਫੈਮਿਲੀ ਨੂੰ ਸੈਟਲ ਕਰਨਾ ਸੀਗਾ, ਆਪਣੀਆਂ ਕੁੜੀਆਂ ਨੂੰ ਉਹਨਾਂ ਦੇ ਘਰ ਹੀ ਤੋਰਨਾ ਸੀਗਾ। ਜੇ ਮੈਂ ਉੱਥੇ ਹੁੰਦਾ, ਹਾਂ ਠੀਕ ਹੈ, ਉੱਥੇ ਕੋਈ ਨਥਿੰਗ ਰੋਂਗ ਵਿਦ ਇਟ, ਪਰ ਸ਼ਾਇਦ ਮੈਂ ਬਿਜ਼ਨਸ ਮਾਈਂਡਡ ਹੋਣ ਕਰਕੇ ਇਸ ਲੈਵਲ ਤੇ ਨਾ ਪਹੁੰਚਦਾ ਕਿਸੇ ਛੋਟੇ ਟਾਊਨ 'ਚ ਰਹਿ ਕੇ। ਉਹ ਮੇਰੀ ਜ਼ਿੰਦਗੀ ਦਾ ਇੱਕ ਮਤਲਬ ਕਿਸੇ ਨੇ ਮੈਨੂੰ ਇੰਨੀ ਵਧੀਆ ਗਿਫਟ ਦਿੱਤਾ ਹੈ ਜਿਹੜਾ ਕਿ ਮੇਰੀ ਸਾਰੀ ਉਮਰ ਮੇਰੇ ਕੋਲ ਰਹਿਣਾ। ਸਿੰਪਲ ਜਿਹਾ ਤਰੀਕਾ, ਮੈਂ 1979 ਦੇ ਵਿੱਚ ਆਇਆ ਤੇ 91 ਦੇ ਵਿੱਚ ਪਹਿਲੀ ਵਾਰੀ ਇੰਡੀਆ ਨੂੰ ਬੱਚੇ ਲੈ ਕੇ ਗਿਆ। ਅੱਛਾ ਜੀ। 79 ਤੋਂ ਲੈ ਕੇ 91 ਤੱਕ 7 days 18 hours a day। ਵਾਓ। ਨੋ ਡੇ ਆਫ। ਨੈਗੇਟਿਵਿਟੀ ਵਾਲੀ ਗੱਲ ਆ, ਉਹ ਸੁੱਖੀ ਬਾੜ ਦੇ ਨੇੜੇ ਨੇ। ਜੇ ਕਿਸੇ ਨੂੰ ਭਾਗਣ ਦੀ ਕੋਸ਼ਿਸ਼ ਵੀ ਕੀਤੀ ਉਹ ਤਾਂ ਸੁਣੀ ਨਹੀਂ, ਉਹ ਮੈਨੂੰ ਯਾਦ ਹੈ। ਸਾਨੂੰ ਲੱਗਦਾ ਹੁੰਦਾ ਵੀ ਇਹ ਸ਼ਾਇਦ ਸੁਖਵਿੰਦਰ ਦਾ ਘਰ ਹੋਣਾ ਤੇ ਉਹਦੀ ਐਫਰਟ ਜਿਹੜੀਆਂ ਸੀ। ਫਿਰ ਅੱਜ ਦੇ ਬੱਚਿਆਂ ਦਾ ਬਹੁਤ ਸਾਰੇ ਚੰਗੇ ਬੱਚੇ ਨੇ, ਪਰ ਨਾਈਟ ਕਲੱਬਾਂ ਦਾ, ਫਲਾਨੇ ਦਾ ਗਰੁੱਪ ਬਣ ਕੇ ਉਹ ਸਾਰਿਆਂ ਤੋਂ ਅਸੀਂ ਬਚ ਗਏ, ਕਿਉਂ ਅਸੀਂ ਆਪਣੇ ਆਪ ਨੂੰ ਪਰਿਵਾਰ ਦੇ ਵਿੱਚ ਹੀ ਸਮੇਟ ਲਿਆ। ਸੋ ਇੱਕ ਬਹੁਤ ਵੱਡੀ ਦੇਣ ਸੀ ਜਿਹੜੀ ਉਹਨਾਂ ਨੇ ਬਹੁਤ ਬਖੂਬ ਨਿਭਾਈ। ਜ਼ਿੰਦਗੀ ਕਦੇ ਆਸਾਨ ਨਹੀਂ ਹੁੰਦੀ। ਇਸ ਨੂੰ ਆਸਾਨ ਬਣਾਉਣਾ ਪੈਂਦਾ ਹੈ। ਕੁਝ ਮਿਹਨਤ ਮੁਸ਼ੱਕਤ ਕਰਕੇ, ਕੁਝ ਔਕੜਾਂ ਦੇ ਵਿੱਚੋਂ ਲੰਘ ਕੇ, ਕੁਝ ਪਿਆਰ ਮੁਹੱਬਤ ਕਰਕੇ ਤੇ ਕੁਝ ਹਾਸੇ ਖੇਡੇ ਵੰਡ ਕੇ ਇਹ ਸਫ਼ਰ ਸ਼ਾਨਦਾਰ ਬਣਾਉਣਾ ਪੈਂਦਾ ਹੈ, ਆਸਾਨ ਬਣਾਉਣਾ ਪੈਂਦਾ ਹੈ। ਮਿਸਟਰ ਸੁੱਖੀ ਬਾਟ, ਜਿਨ੍ਹਾਂ ਦਾ ਸਫ਼ਰ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਸ਼ੁਰੂ ਹੋਇਆ ਤੇ ਫਿਰ ਆਏ ਕੈਨੇਡਾ ਆ ਕੇ ਵਸਣਾ। ਆਪ ਸਾਈਕਲ ਤੋਂ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਲੋਕਾਂ ਨੂੰ ਕਾਰਾਂ ਤੱਕ ਲਿਆਉਣ ਦਾ ਸਫ਼ਰ, ਸੱਭਿਆਚਾਰ ਤੇ ਮਾਂ ਬੋਲੀ ਦੇ ਪਿਆਰ ਤੋਂ ਸ਼ੁਰੂ ਹੋਇਆ ਸਰੀ ਵਿਚਲੇ ਪੰਜਾਬ ਭਵਨ ਦਾ ਸਫ਼ਰ। ਵੱਖ-ਵੱਖ ਦੇਸ਼ਾਂ, ਖਾਸ ਕਰਕੇ ਪੰਜਾਬ ਨਾਲ ਜੜ੍ਹਾਂ ਨਾਲ ਪਿਆਰ, ਜਿਸ ਦੇ ਸਦਕਾ ਹਰ ਸਾਲ ਬੱਚੀਆਂ ਦੇ ਵਿਆਹ, ਅੱਖਾਂ ਦੇ ਕੈਂਪ, ਕੁਦਰਤ ਦੀ ਕਰੋਪੀ ਵਿਚਕਾਰ ਇਨਸਾਨੀਅਤ ਦੀ ਮਦਦ ਤੇ ਹੋਰ ਬਹੁਤ ਕੁਝ। ਪਰ ਫਿਰ ਵੀ ਮਿਲਨਸਾਰ, full of life, high spirit ਤੇ ਜ਼ਿੰਦਾ ਦਿਲ ਸ਼ਖਸੀਅਤ। A loving father, a proud grandfather, a businessman, a community leader, man of honor, moreover a great personality। ਆਓ ਕਰੀਏ ਗੱਲਬਾਤ ਸਫ਼ਰਨਾਮਾ, journey of those who made it। ਜ਼ਿੰਦਗੀ ਦਾ ਇੱਕ ਅਸੂਲ ਹੈ ਕਿ ਜਿੰਨੀ ਹਿੰਮਤ ਨਾਲ ਤੁਸੀਂ ਇਸ ਦਾ ਸਾਹਮਣਾ ਕਰਦੇ ਹੋ, ਇਹ ਓਨੀ ਹੀ ਜ਼ਿੰਦਾ ਦਿਲੀ ਦੇ ਨਾਲ ਤੁਹਾਨੂੰ ਸਵੀਕਾਰਦੀ ਹੈ। ਤੇ ਜ਼ਿੰਦਗੀ ਦੇ ਇਸੇ ਸਫ਼ਰ ਨੂੰ ਕਹਿੰਦੇ ਨੇ ਸਫ਼ਰਨਾਮਾ। ਤੇ ਅੱਜ ਦਾ ਸਫ਼ਰ ਮਿਸਟਰ ਸੁੱਖੀ ਬਾਟ ਦੇ ਨਾਲ। ਆਓ ਕਰੀਏ ਅੱਜ ਦੇ ਸਫ਼ਰ ਦੀ ਸ਼ੁਰੂਆਤ। Hello, Mr. Bhatt. How are you? Wow, welcome to Sukhibhat. Thank you for having us.
ਵਾਂਸ ਅਗੇਨ ਬਾਰ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ। ਮੈਨੂੰ ਪਤਾ ਬਿਜ਼ੀ ਸਕੈਜੂਲ ਹੁੰਦਾ ਤੇ ਅੱਜ ਤੁਸੀਂ ਘਰ ਸੀ, ਅਸੀਂ ਕਿਹਾ ਅੱਜ ਤੱਕ ਘਰੇ ਜਾ ਕੇ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਾਂਗੇ। ਪਰ ਅੱਜ ਜੇ ਗੱਲ ਕਰੀਏ ਕਿ ਹੁਣ ਸਵੇਰ ਦਾ ਟਾਈਮ ਹੈਗਾ ਆ ਤੇ ਜੇ ਸ਼ੁਰੂਆਤ ਦੀ ਗੱਲ ਕਰਾਂਗੇ ਤਾਂ ਮਾਰਨਿੰਗ ਦੀ ਸ਼ੁਰੂਆਤ ਦੀ ਗੱਲ ਆਉਂਦੀ ਹੈ। ਮਾਰਨਿੰਗ ਕਿਸ ਤਰ੍ਹਾਂ ਹੁੰਦੀ ਆ ਤੁਹਾਡੀ? ਹਾਂ ਬਿਲਕੁਲ ਅਰਸ਼, ਪਹਿਲਾਂ ਤੇ ਮੈਂ ਵੈਸੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਵੀ ਇੱਕ ਮਸਕੀਨ ਹੁਣਾਂ ਦੀ ਇੱਕ ਮੈਂ ਗੱਲ ਸੁਣੀ ਹੋਈ ਆ, ਉਹ ਕਹਿੰਦੇ ਕੋ ਕਿਸੇ ਦਾ ਹਾਊ ਤੇ ਕਿਸੇ ਦੇ ਆਊ। ਸੋ ਤੁਸੀਂ ਸਾਡੇ ਹੋ ਤੇ ਤੁਸੀਂ ਆਏ ਹੋ ਤੇ ਤੁਹਾਨੂੰ ਵਾਕਿਆ ਹੀ ਦਿਲੋਂ ਜੀ ਆਇਆਂ ਨੂੰ ਵੈਲਕਮ। ਦੂਸਰਾ ਜਿਹੜਾ ਦਿਨ ਆ ਨਾ, ਦਿਨ ਦੇ ਵਿੱਚ ਤੇ ਇੱਕ ਇਨਸਾਨੀਅਤ ਨਾਤੇ ਜੇ ਅਸੀਂ ਮਨ ਨੂੰ ਸਮਝਾ ਕੇ ਕਹਿ ਲਓ ਤੁਰਦੇ ਹਾਂ ਤੇ ਸ਼ੁਰੂਆਤਾਂ ਵੈਸੇ ਚੰਗੀਆਂ ਚੀਜ਼ਾਂ ਤੋਂ ਹੋਣੀਆਂ ਚਾਹੀਦੀਆਂ। ਮੈਂ ਵੀ ਟਰਾਈ ਕਰਦਾ ਰਹਿਣਾ। ਸਵੇਰ ਨੂੰ ਉੱਠਣਾ ਮੇਰਾ ਵੈਸੇ ਅਲਾਰਮ ਜਿਹੜਾ ਆ ਉਹ ਸ਼ਬਦ ਕੀਰਤਨ ਨਾਲ ਸ਼ੁਰੂ ਹੁੰਦਾ, ਉਹ ਪ੍ਰੋਗਰਾਮ ਕੀਤਾ ਹੋਇਆ ਹੈ। ਫਿਰ ਨੈਚੁਰਲੀ ਆ ਉੱਠਦਾ ਬੰਦਾ ਅੰਗੜਾਈਆਂ ਲੈਂਦਾ। ਉੱਠਣਾ ਸੌਖਾ ਨਹੀਂ ਹੁੰਦਾ ਸਵੇਰ ਨੂੰ। ਹਾਂ, ਫਿਰ ਮੇਰੀ ਆਦਤ ਬਣੀ ਹੋਈ ਹੈ, ਮੇਰੇ ਬੈਡਰੂਮ ਦੇ ਵਿੱਚ ਇੱਕ ਟੇਬਲ ਆ, ਉੱਥੇ ਕੁਝ ਬੁੱਕਾਂ ਪਈਆਂ ਨੇ। ਮੈਂ ਉੱਧਰ ਸ਼ਬਦ ਕੀਰਤਨ ਵੀ ਚੱਲ ਰਿਹਾ ਹੁੰਦਾ ਤੇ ਮੈਂ ਪਾਣੀ ਦਾ ਗਲਾਸ ਪੀਣਾ ਤੇ ਉਸ ਤੋਂ ਬਾਅਦ ਮੈਂ ਉਹਦੇ ਵਿੱਚੋਂ ਬੁੱਕਾਂ ਮੈਂ ਬਦਲਦਾ ਰਹਿੰਦਾ ਉਹਨਾਂ ਨੂੰ ਤੇ ਮੈਂ ਕੋਈ ਬੁੱਕ ਚੁੱਕ ਕੇ ਉਹ 'ਚੋਂ ਮੈਂ ਐਟਲੀਸਟ 2-3 ਚੈਪਟਰ ਜ਼ਰੂਰ ਪੜ੍ਹਦਾ ਹਰੇਕ ਬੁੱਕ ਦੇ ਸਵੇਰ ਨੂੰ। ਫਿਰ ਨੈਚੁਰਲੀ ਬਾਹਰ ਦਾ ਸਫ਼ਰ, ਘਰ ਦੇ ਦੁਆਲੇ ਗੇੜਾ ਛੇੜਾ ਮਾਰਨਾ। ਫਿਰ ਮੇਰਾ ਡੌਗੀ ਆ, ਉਹਦਾ ਨਾਂ ਜ਼ੋਰਾ ਆ। ਅੱਛਾ ਜੀ। ਹਾਂਜੀ, ਅਸੀਂ ਜ਼ੋਰਾ ਬਾਠ ਕਹਿੰਦੇ ਉਹਨੂੰ। ਤੇ ਉਹ ਵੀ ਮੈਨੂੰ ਉਡੀਕਦਾ ਹੁੰਦਾ। ਇਹ ਰਿਸ਼ਤਿਆਂ ਦੀ ਗੱਲ ਆ। ਉਹਨੂੰ ਪਤਾ ਹੁੰਦਾ ਵੀ ਬਾਠ ਸਾਹਿਬ ਨੇ 6 ਵਜੇ ਉੱਠੇ ਨੇ ਤੇ ਉਹਨੇ 6:30 ਵਜੇ ਬਾਹਰ ਆ ਜਾਣਾ ਤੇ ਫਿਰ ਉਹਦੇ ਨਾਲ ਗੱਲਾਂ ਬਾਤਾਂ ਉਹਨੂੰ ਵੀ ਥੋੜ੍ਹਾ ਲੂਜ਼ ਕਰਨਾ 15-20 ਮਿੰਟ। ਤੇ ਉਸ ਤੋਂ ਬਾਅਦ ਮੈਂ ਵੈਸੇ ਮੈਂ ਬੜੇ ਸ਼ੌਂਕ ਦੇ ਨਾਲ ਇੱਕ ਜਿਮ ਘਰ ਬਣਾਇਆ ਹੋਇਆ ਹੈ। ਫਿਰ ਉੱਥੇ ਮੈਂ ਤਕਰੀਬਨ 8-8:15 ਪਹੁੰਚ ਜਾਂਦਾ ਤੇ ਫਿਰ ਮੈਂ ਸੌਨੇ ਦੇ ਵਿੱਚ ਵੀ ਬਹਿਣਾ, ਮੈਂ ਜਿਮ ਦੇ ਵਿੱਚ ਵੀ ਪੌਣਾ ਘੰਟਾ ਲਾਣਾ ਤੇ ਫਿਰ ਮੈਨੂੰ ਤਰਨ ਦਾ ਬੜਾ ਸ਼ੌਂਕ ਹੈ। ਮੈਨੂੰ ਸਿਹਤ ਦਾ ਰਾਜ਼ ਵੀ ਇਹੀ ਲੱਗਦਾ। at least 5 days a week I swim। ਵੈਰੀ ਨਾਈਸ। ਹਾਂ, ਫਿਰ ਮੈਂ ਬਾਹਰ ਲਾ ਕੇ ਜੇ ਅਸੀਂ 2 ਘੰਟੇ ਉਹ 10 ਵਜੇ ਤੱਕ ਮੈਂ ਤਕਰੀਬਨ ਮੇਰਾ ਉਹ ਪੋਰਸ਼ਨ ਖਤਮ ਹੋ ਜਾਂਦਾ ਜਿਹੜਾ ਪੱਕਾ ਰੂਟੀਨ ਹੈਗਾ। ਤੇ ਉਸ ਤੋਂ ਬਾਅਦ ਉੱਪਰ ਆ ਕੇ ਸ਼ਾਵਰ, ਬਾਥਰੂਮ ਤੇ ਉਧਰ ਮਿਸਿਸ ਮੇਰੀ ਡਾਟਰ ਲਾ ਰਾਜਨੀਤ, ਫਿਰ ਬ੍ਰੇਕਫਾਸਟ ਵਗੈਰਾ ਤੇ ਫਿਰ ਮੈਂ 12 ਵਜੇ ਦਾ ਮੇਰਾ ਜਿਹੜਾ ਆਫਿਸ ਪਹੁੰਚਣ ਦਾ ਮੇਰਾ ਗੋਲ ਹੁੰਦਾ। ਵੈਸੇ ਗੋਲ ਨਹੀਂ ਹੁੰਦਾ, ਮੈਂ ਪਹੁੰਚਦਾ ਹੀ ਹਾਂ ਕਿਉਂ ਆਈ ਲਰਨ ਲੌਂਗ ਅਗੋ ਤੇ ਜ਼ਿੰਦਗੀ ਦੀਆਂ ਸਿਖਰ ਦੀਆਂ ਪੌੜੀਆਂ ਤੇ ਚੜ੍ਹਨ ਨੂੰ ਤੁਹਾਨੂੰ ਪੰਚੁਅਲ ਜੀ ਤੇ ਡਿਸਿਪਲਿਨ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਸਾਨੂੰ ਐਵੇਂ ਬਿਨਾਂ ਗੱਲੋਂ ਆਪਣਾ ਡਿਸਿਪਲਿਨ ਨਹੀਂ ਹਿਲਾ ਲੈਣਾ ਚਾਹੀਦਾ। ਅੱਜ ਮੇਰਾ ਮਰ ਜਾ ਸਰੀਰ ਦੁਖਦਾ, ਜੀ ਨਹੀਂ ਕਰਦਾ, ਇਹ ਜੀ ਤਾਂ ਬਹੁਤ ਕੁਛ ਨਹੀਂ ਕਰਦਾ, ਇਹਨੂੰ ਮਨਾਉਣਾ ਹੁੰਦਾ ਆ। ਸੋ ਜੇ ਤੁਸੀਂ ਪੰਚੁਅਲਿਟੀ ਦੇ ਨਾਲ ਜੁੜੇ ਹੋਏ ਆ ਤੇ ਡਿਸਿਪਲਿਨ ਨਾਲ ਜੁੜੇ ਹੋ, ਜਿਹੜੀ ਮੈਂ ਕੋਸ਼ਿਸ਼ ਕਰਦਾ ਤੇ ਮੈਂ ਮੇਰੇ ਸਟਾਫ ਨੂੰ ਪਤਾ ਆ ਜਾਂ ਜਿਹੜੇ ਵੀ ਦਫ਼ਤਰ ਜਾਣਾ ਮੈਂ ਵੱਖਰੇ ਦਫ਼ਤਰਾਂ 'ਚ ਤੇ ਉੱਥੇ ਉਹਨਾਂ ਨੂੰ ਪਤਾ ਵੀ ਬਾਠ ਸਾਹਿਬ ਨੇ ਇੰਨੇ ਵਜੇ ਆ ਜਾਣਾ ਹੈ। ਸੋ ਇਸ ਤਰ੍ਹਾਂ ਜਿਹੜਾ ਸਵੇਰਾ ਤੇ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ। ਅਨੁਸ਼ਾਸਨ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਆ। ਕਹਿੰਦੇ ਜੇ ਅਨੁਸ਼ਾਸਨ ਨਹੀਂ ਨਾ ਤਾਂ ਤੁਹਾਡਾ ਦਿਨ ਇੱਧਰ ਉੱਧਰ ਹੋ ਜਾਂਦਾ। ਹੁਣ ਤੁਸੀਂ ਕਿਹਾ ਕਿ 6 ਵਜੇ ਮੈਂ ਉੱਠਣਾ ਹੈ, 6:30 ਵਜੇ ਤੁਹਾਨੂੰ ਜ਼ੋਰਾ ਉਡੀਕਦਾ ਤੇ ਫਿਰ ਤੁਸੀਂ ਜਿਮ 'ਚ ਜਾਣਾ। ਜੇ ਹੁਣ ਕਿਸੇ ਦਿਨ ਮੰਨ ਲਓ, ਚਲੋ ਕਿਸੇ ਦਿਨ ਤਾਂ ਆਪਾਂ ਲੇਟ ਹੋ ਸਕਦੇ ਹਾਂ, ਪਰ ਜੇ ਕਿਸੇ ਦਿਨ ਅਸੀਂ ਉੱਦਾਂ ਹੀ ਲੇਜ਼ੀ ਹੋ ਕੇ 7 ਵਜੇ ਦਿਨ ਸ਼ੁਰੂ ਕੀਤਾ ਨਾ ਤੇ ਆਪਣਾ ਉਹ ਦਿਨ ਵੀ ਬਹੁਤ ਪਿੱਛੇ ਪੈ ਜਾਣਾ। ਕਿੱਥੇ ਅਸੀਂ ਘਰ ਕੰਮ ਮੁਕਾ ਕੇ 5-6 ਵਜੇ ਆ ਜਾਣਾ ਤੇ ਕਿੱਥੇ ਅਸੀਂ ਜਿਹੜੇ ਕੰਮ ਉਹ ਸਾਡੇ ਬੈਕ 8 ਵਜੇ ਚੱਲ ਗਏ ਤੇ ਫਿਰ ਫੈਮਿਲੀ ਟਾਈਮ ਵੀ ਇੰਪੋਰਟੈਂਟ ਹੁੰਦਾ। ਤੁਹਾਡੇ ਵਾਸਤੇ ਫੈਮਿਲੀ ਟਾਈਮ ਕਿੰਨਾ ਇੰਪੋਰਟੈਂਟ ਹੈ? ਦੇਖੋ ਜੀ, ਆਪਾਂ ਜਿੰਨੀ ਵੀ ਅਰਸ਼ ਤੁਸੀਂ ਮੇਰੀ ਗ੍ਰੈਂਡ ਡਾਟਰ ਵੀ ਦੇਖੀਆਂ, ਤੁਹਾਡੇ ਵੀ ਬੱਚੇ ਨੇ, ਜਿਹੜਾ ਅਸਲ 'ਚ ਅਸੀਂ ਮਨੁੱਖਤਾ ਦੀ ਦੱਸੇ ਹਿਊਮਨ ਨੇਚਰ, ਅਸੀਂ ਆਪਣੀ ਸਾਰੀ ਜ਼ਿੰਦਗੀ ਸਾਡੇ ਬੱਚਿਆਂ ਦੁਆਲੇ ਘੁੰਮੀ ਜਾਂਦੀ ਹੈ। ਦੈਟਸ ਟਰੂ। ਜਦੋਂ ਅਸੀਂ ਉਹ ਹੋਣ ਵਾਲੇ ਆ, ਅਸੀਂ ਮਾਂ ਦੀ ਕੁੱਖ ਵਿੱਚ ਆ, ਅਸੀਂ ਉਦੋਂ ਤੋਂ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੇ ਆ। ਫਿਰ ਸਾਡਾ ਉੱਥੋਂ ਹੀ ਰਿਸ਼ਤੇ ਬਣੇ, ਨੈਚੁਰਲੀ ਰਿਸ਼ਤੇ ਨੇ। ਫਿਰ ਇਹ ਬੌਰਨ ਬੱਚਾ ਹੋਊਗਾ, ਅਸੀਂ ਇਹਨੂੰ ਘਰ ਇੱਦਾਂ ਲੈ ਕੇ ਆਵਾਂਗੇ, ਫਿਰ ਉਹ ਸਾਲ ਦਾ ਹੋਊ, 2 ਸਾਲ ਦਾ ਹੋਊ। ਜੇ ਆਪਾਂ ਪਾ ਲਾ ਕੇ ਅਸੀਂ ਤਾਂ ਬਹੁਤ ਲੰਮੇ ਸਫ਼ਰ 'ਤੇ ਪੰਜਾਬੀ ਤਾਂ ਬਹੁਤ ਦੂਰ ਤੱਕ ਚੱਲ ਜਾਂਦੇ ਨੇ। ਮੇਰੇ ਗ੍ਰੈਂਡ ਚਿਲਡਰਨ ਹੋ ਜਾਣ, ਮੇਰੇ ਗ੍ਰੈਂਡ ਚਿਲਡਰਾਂ ਦੇ ਘਰ ਬਣ ਜਾਣ, ਜੇ ਹੋ ਜਾਏ ਉਹ ਅਸੀਂ ਦੈਟਸ ਹਾਊ ਇਟ ਇਜ਼। ਸੋ ਜਿਹੜਾ ਮੈਂ ਅਕਸਰ ਇੱਕ ਗੱਲ ਨੂੰ ਕਹਿੰਦਾ ਹੁੰਦਾ ਵੀ ਜਿਹੜੀ ਜ਼ਿੰਦਗੀ ਆ, ਜ਼ਿੰਦਗੀ ਬੈਲੈਂਸ ਨਾਲ ਜ਼ਿੰਦਗੀ ਵਧੀਆ ਬਣਦੀ ਹੈ। ਮੈਂ ਕਦੀ ਨੇ ਕਦੀ ਕਹਿੰਦਾ ਵੀ ਪੈਸੇ ਤੋਂ ਬਿਨਾਂ ਜ਼ਿੰਦਗੀ ਸਰ ਸਕਦੀ। ਮੈਂ ਖੁਦ ਰੋਜ਼ ਮਿਹਨਤ ਕਰਦਾ, ਪੈਸੇ ਬਣਾਉਂਦੇ ਹਾਂ। ਪੈਸੇ ਦੇ ਨਾਲ ਨਾਲ ਤੁਹਾਡਾ ਪਰਿਵਾਰ ਤੁਹਾਡਾ ਤਾਂ ਵਧੀਆ, ਤੁਹਾਡੇ ਬੱਚਿਆਂ ਦੀ ਪਾਲਣਾ ਪੋਸ਼ਣ ਹੋ ਸਕਦੀ ਜੇ ਤੁਸੀਂ ਉਹਨਾਂ ਨੂੰ ਟਾਈਮ ਦਿਓਗੇ। ਔਰ ਜਿਹੜੀ ਇੱਕ ਮੁਹੱਬਤੀ ਬੋਲੀ ਆ,
ਉਹ ਜੇ ਬੱਚਿਆਂ ਦੇ ਵਿੱਚ ਕੁਝ ਤੁਸੀਂ ਪਾਓ ਤੇ ਮੁਹੱਬਤੀ ਬੋਲੀ ਦੇ ਨਾਲ ਬੱਚੇ ਆਪਣੇ ਆਪ ਮੁਹੱਬਤ ਦੀ ਵਾਲੀ ਬੋਲੀ ਬੋਲਣ ਲੱਗ ਜਾਂਦੇ ਨੇ ਜੀ। ਤੇ ਜਦੋਂ ਕੋਈ ਇਨਸਾਨ, ਮੇਰਾ ਆਪਣਾ ਮੰਨਣਾ, ਜੇ ਕੋਈ ਮੁਹੱਬਤ ਦੀ ਬੋਲੀ ਬੋਲਣ ਲੱਗ ਜੇ, ਉਹ ਨੈਚੁਰਲੀ ਉਹਦੇ ਵਿੱਚ ਮੁਹੱਬਤ ਦਾ ਜਾਗ ਲੱਗ ਜਾਂਦਾ ਹੈ। ਤੇ ਬਹੁਤੀ ਵਾਰੀ ਤੁਹਾਡੇ ਪ੍ਰੋਗਰਾਮ ਜਾਂ ਹੋਰ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਪ੍ਰੋਗਰਾਮ 'ਚ ਮੈਂ ਸਦਾ ਹੀ ਕਹਿੰਦਾ ਹੁੰਦਾ, ਇਹ ਜਿਹੜੀ ਦੁਨਿਆਵੀ ਜ਼ਿੰਦਗੀ ਆ, ਜਿਹਨੂੰ ਅਸੀਂ ਜਿੱਤਣ ਤੇ ਤੁਲ ਗਏ ਹਾਂ। ਆਏ ਤਾਂ ਜੀਨ ਸੀ, ਪਰ ਅਸੀਂ ਦੁਨਿਆਵੀ ਜ਼ਿੰਦਗੀ ਨੂੰ ਜਿੱਤਣ ਤੇ ਤੁਲ ਗਏ ਹਾਂ। ਪਰ ਜੇ ਜਿੱਤਣੀ ਹੀ ਆ ਤਾਂ ਉਸ ਤੇਜ਼ ਹਥਿਆਰ ਦਾ ਨਾਂ ਹੈ ਮੁਹੱਬਤ। ਹਾਂ, ਕਰਕੇ ਦੇਖੋ। ਸੋ ਮੈਂ ਬੱਚਿਆਂ ਦੇ ਨਾਲ, ਮੇਰਾ ਫਿਕਸ ਟਾਈਮ ਹੈ, ਮੈਂ 4 ਵਜੇ ਘਰ ਆ ਜਾਂਦਾ, ਉਸ ਦੇ ਵਿੱਚੋਂ 4 ਤੋਂ ਲੈ ਕੇ 8 ਵਜੇ ਤੱਕ ਮੈਂ ਕਿਹਾ ਮੇਰੇ ਗ੍ਰੈਂਡ ਚਿਲਡਰਨ ਤੋਂ ਵੱਧ ਮੈਨੂੰ ਹੋਰ ਕੁਝ ਨਹੀਂ ਹੁੰਦਾ। ਉਹਨਾਂ ਦੇ ਨਾਲ ਕੁਝ ਵੀ ਕਹਿਆ, ਦਾਦਾ ਜੀ ਘੋੜਾ ਬਣ ਜਾਓ, ਦਾਦਾ ਜੀ ਆਹ ਬਣ ਜਾਓ, ਦਾਦਾ ਜੀ ਆਹ ਬਣ ਜਾਓ। ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਆ। ਤਾਂ ਫਿਰ ਜਿਹੜੇ ਗ੍ਰੈਂਡ ਚਿਲਡਰਨ ਨੇ, ਉਹ ਜ਼ਾਹਿਰੀ ਗੱਲ ਹੈ ਕਿ ਬਹੁਤ ਪਿਆਰ ਹੁੰਦਾ ਹੈ। ਪਰ ਹੁਣ ਬਸ ਸਭ ਜਿੱਦਾਂ ਤੁਸੀਂ ਕਿਹਾ ਕਿ ਕੰਮ ਤੇ ਵੀ ਜਾਣਾ ਆ, ਹਨਾ, ਤੇ ਫਿਰ ਬਾਅਦ ਵਿੱਚ ਘਰ ਨੂੰ ਵੀ ਟਾਈਮ ਦੇਣਾ ਹੈਗਾ ਆ। ਹੁਣ ਵਰਕ ਲਾਈਫ ਦੀ ਗੱਲ ਆਉਂਦੀ ਹੈ ਤੇ ਫਿਰ ਘਰ ਦੀ ਫੈਮਿਲੀ ਟਾਈਮ ਦੀ ਗੱਲ ਆਉਂਦੀ ਆ। ਬੈਲੈਂਸ ਬਣਾਉਣਾ ਜਿਵੇਂ ਕਿ ਬਹੁਤ ਜ਼ਰੂਰੀ ਹੈ। ਤੁਸੀਂ ਕਿਵੇਂ ਬੈਲੈਂਸ ਬਣਾਉਂਦੇ ਹੋ? ਪੁੱਤਰ, ਅਨਫੋਰਚੂਨਟਲੀ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਸਾਰੇ, ਪਰ ਬਹੁਤੀ ਵਾਰੀ ਮੈਂ ਦੇਖਣ ਦੇਣਾ ਵੀ ਜਿਹੜਾ ਸਾਡਾ ਨਾ ਟਾਈਮ ਮੈਨੇਜਮੈਂਟ ਆ, ਅਸੀਂ ਉਹਦੇ ਵਿੱਚ ਫੇਲ ਹੋ ਜਾਂਦੇ ਹਾਂ। ਮੈਂ ਤਕਰੀਬਨ 40 ਸਾਲ ਪਹਿਲਾਂ ਮੈਂ ਇੱਕ ਸਪੋਕਨ ਅਮਰੀਕਾ ਦੇ ਵਿੱਚ ਵਰਕਸ਼ਾਪ ਲਾਈ ਸੀ ਟਾਈਮ ਮੈਨੇਜਮੈਂਟ ਦੀ। ਉਹ ਘੰਟਿਆਂ ਦੀ ਨਹੀਂ, ਮਿੰਟਾਂ ਦੀ, ਉਹ ਤਾਂ ਸਕਿੰਟਾਂ ਦੀ ਗੱਲ ਸਮਝਾ ਰਿਹਾ ਸੀ ਭਈ ਤੁਹਾਡਾ ਸਕਿੰਟ ਵੀ ਕਿੰਨਾ ਕੀਮਤੀ ਹੈ। ਜਿਹੜਾ ਤੁਹਾਡਾ ਬਿਜ਼ਨਸ, ਤੁਹਾਡੀ ਪਰਸਨਲ, ਇੱਕ ਮੈਂ ਆ ਸੁੱਖੀ ਬਾਠ ਆ, ਮੈਨੂੰ ਪਤਾ ਇੱਕ ਸੁੱਖੀ ਬਾਠ ਦੀ ਇੱਕੋ ਹੀ ਜ਼ਿੰਦਗੀ ਹੈ, ਗਾਂ ਦਾ ਮੈਨੂੰ ਪਤਾ ਨਹੀਂ ਇਹ ਮੈਂ ਕਿੱਦਾਂ ਇੰਜੋਏ ਕਰਨੀ ਆ। ਫਿਰ ਮੇਰੀ ਪਰਿਵਾਰਕ ਜ਼ਿੰਦਗੀ ਹੈ, ਉਹਨੂੰ ਮੈਂ ਕਿੱਦਾਂ ਕਰਨਾ, ਵਧੀਆ ਇੰਜੋਏ ਕਰਨਾ। ਤੀਸਰੀ ਮੇਰੀ ਆਪਣੇ ਸਮਾਜ ਪ੍ਰਤੀ ਜ਼ਿੰਮੇਵਾਰੀ ਆ। ਜਦੋਂ ਆਪਾਂ ਫੈਮਿਲੀ ਵਾਲੀ ਜਾਂ ਇਹ ਤਿੰਨਾਂ ਦੇ ਵਿੱਚ ਜਦੋਂ ਟਾਈਮ ਮੈਨੇਜਮੈਂਟ ਦੀ ਗੱਲ ਆਉਂਦੀ ਹੈ, ਤੇ ਮੈਂ, ਜੇ ਤੁਸੀਂ ਮੇਰੀ ਡਾਇਰੀ ਦੇਖੋ, ਬੇਸ਼ੱਕ ਅਸੀਂ ਅੱਜ ਡੇ ਟਾਈਮਰ, ਸਾਡੇ ਕਿੰਨਾ ਕੁਛ ਇਲੈਕਟ੍ਰੋਨਿਕਲੀ ਕੰਪਿਊਟਰਾਂ 'ਚ ਅਸੀਂ ਲਾ ਰਹੇ ਹਾਂ, ਮੈਂ ਹਾਲੇ ਵੀ ਇੱਕ ਓਰੀਜਨਲ ਡਾਇਰੀ ਵਰਤਦਾ। ਉਹ ਆਦਤ ਬਣੀ ਹੋਈ ਹੈ। ਤੇ ਜੇ ਮੇਰੀ ਤੁਸੀਂ ਡਾਇਰੀ ਦੇਖੋ, ਜੇ ਡਾਇਰੀ ਦੇ ਵਿੱਚ ਕੋਈ ਪੰਨਾ ਤੁਹਾਨੂੰ ਮੋਹਲੇ 6-8 ਮਹੀਨੇ ਖਾਲੀ ਦਿਖ ਜੂ, ਉਹਦੇ ਤੇ ਨਾਲ ਚੜਾਈ ਜਾਣਾ। ਕੋਈ ਸਡਨਲੀ ਕੋਈ ਗੱਲ ਆ ਗਈ ਤੇ ਐਡਜਸਟ ਕਰ ਲੈਣੀ ਆ। ਨਹੀਂ ਤਾਂ ਆਈ ਆਲਰੇਡੀ ਨੋ ਵੀ ਮੈਂ ਮੋਹਲੇ ਫਰਾਈਡੇ ਕਿੱਥੇ ਹੋਣਾ, ਕਿੰਨੇ ਵਜੇ ਹੋਣਾ, ਮੈਂ ਮੋਹਲੇ ਸੰਡੇ ਕਿੱਥੇ ਹੋਣਾ, ਮੈਂ ਕਿੱਦਾਂ ਹੋਣਾ। ਹੁਣ ਮੈਂ 4 ਵਜੇ ਦਫ਼ਤਰ 'ਚੋਂ ਛੁੱਟੀ ਕਰਨੀ ਤੇ ਮੇਰੀਆਂ ਪੋਤੀਆਂ ਤਾਕੀ 'ਚ ਬੈਠੀਆਂ ਹੁੰਦੀਆਂ ਵੀ ਦਾਦਾ ਜੀ ਆਏ ਨੇ, ਜੇ ਮੈਂ 4:10 ਤੇ ਨਹੀਂ ਆਇਆ ਤੇ ਇਹਨਾਂ ਦਾ ਫੋਨ ਚੱਲ ਜਾਣਾ, ਵੇਅਰ ਆਰ ਯੂ ਦਾਦਾ ਜੀ। ਸੋ ਕਹਿਣ ਤੋਂ ਕੀ ਭਾਵ ਆ, ਡਿਸਿਪਲਿਨ ਇਜ਼ ਕਿਸੇ ਵੀ ਲਾਈਫ ਦੀ ਕਾਮਯਾਬੀ ਦਾ ਰਾਜ ਹੈ। ਤੇ ਮੈਂ ਆਪਣੀ ਜਾਤੀ ਤੌਰ ਤੇ, ਆਪਣੇ ਬਿਜ਼ਨਸ ਦੀ ਲਾਈਫ ਨੂੰ ਲੈ ਕੇ ਤੇ ਆਪਣੇ ਪਰਿਵਾਰਕ ਲਾਈਫ ਨੂੰ ਲੈ ਕੇ ਤੇ ਉਹਦਾ ਬੈਲੈਂਸ ਕਰ ਲੈਣਾ। ਤੇ ਵਧੀਆ ਅਮੀਰ ਵਾਲੀ ਜ਼ਿੰਦਗੀ, ਪੈਸੇ ਵਾਲੀ ਜ਼ਿੰਦਗੀ ਨਹੀਂ, ਅਮੀਰੀ ਦੀ ਜ਼ਿੰਦਗੀ ਹੁੰਦੀ। ਇਹਦੇ ਵਿੱਚ ਸਮਾਜ ਪ੍ਰਤੀ ਤੁਸੀਂ ਕਿੰਨੇ ਕੁ ਸੋਚ ਰੱਖਦੇ ਹੋ, ਕਿੰਨਾ ਕੁ ਦੁੱਖ ਸਾਰਿਆਂ ਦਾ ਸਮਝਦੇ ਹੋ, ਆਪਣਾ ਰੋਲ ਤੁਸੀਂ ਆਪਣੇ ਸਮਾਜ ਵਿੱਚ ਅਦਾ ਕਰਨਾ ਹੈ। ਪਰਿਵਾਰ ਨੂੰ, ਬੱਚਿਆਂ ਨੂੰ, ਹਰੇਕ ਪਾਸੇ ਤੋਂ ਤੁਹਾਡਾ ਜੀਵਨ ਸਾਥੀ, ਤੁਹਾਡਾ ਫਿਰ ਬਿਜ਼ਨਸ, ਇਹਨੂੰ ਸਾਰਿਆਂ ਨੂੰ ਜਦੋਂ ਅਸੀਂ ਲੈ ਕੇ ਚੱਲਦੇ ਹਾਂ, ਫਿਰ ਬੋਟਮ ਲਾਈਨ 'ਤੇ ਮੈਂ ਇਹ ਕਹਿੰਦਾ ਹੁੰਦਾ, ਥੋੜ੍ਹੇ ਕੁ ਪੈਸੇ ਹੋਣ, ਥੋੜ੍ਹੀ ਕੁ ਇੱਜ਼ਤ ਹੋਵੇ, ਥੋੜ੍ਹੀ ਕੁ ਮੁਹੱਬਤ ਹੋਵੇ, ਜ਼ਿੰਦਗੀ ਬਹੁਤ ਸੋਹਣੀ ਮਿਲ ਜਾਂਦੀ ਹੈ। ਬਹੁਤ ਸੋਹਣੀ ਜਿਹੜੀ ਤੁਸੀਂ ਗੱਲ ਕਹੀ ਹੈ। ਪਰ ਮਾਨ ਸਾਹਿਬ, ਹੁਣ ਤੁਸੀਂ ਕਿਹਾ ਕਿ ਬੈਲੈਂਸ ਵੀ ਰੱਖਣਾ ਪੈਂਦਾ, ਸਭ ਕੁਝ ਕਰਨਾ ਪੈਂਦਾ, ਪਰ ਜਦੋਂ ਫ੍ਰੀ ਟਾਈਮ ਹੁੰਦਾ ਆ, ਉਸ ਟਾਈਮ ਦੇ ਵਿੱਚ ਕਿਹੜਾ ਸ਼ੌਂਕ ਪੂਰਾ ਕਰਦੇ? ਦੇਖੋ ਪੁੱਤਰ, ਜਿਹੜੀ ਮੇਰੀਆਂ ਆਪਣੀ ਹੌਬੀਜ਼ ਆ, ਹੌਬੀਜ਼ ਦੇ ਵਿੱਚ ਮੈਂ ਟਰੈਵਲ ਬੜਾ ਪਸੰਦ ਕਰਦਾ। ਚਿੱਟਾ ਰੇਤਾ ਤੇ ਬੀਚ ਮੇਰੇ ਸਦਾ ਹੀ ਡ੍ਰੀਮ ਚੱਲਦੇ ਰਹਿੰਦੇ ਆ। ਔਰ ਮੈਂ ਜਦੋਂ ਸਾਲ ਚੜ੍ਹਦਾ ਉਦੋਂ ਹੀ ਆਪਣੀਆਂ 4 ਛੁੱਟੀਆਂ ਬੁੱਕ ਕਰ ਲੈਂਦਾ। ਚਲੋ ਕੋਵਿਡ ਕਰਕੇ ਥੋੜ੍ਹਾ ਹਿੱਲਿਆ। ਅਦਰ ਦੈਨ ਦੈਟ ਮੈਂ ਜਿੱਦਾਂ ਤੁਹਾਨੂੰ ਜਿਮ ਦਾ ਬੜਾ ਸ਼ੌਕੀਨ ਆ, ਪੂਲ ਦਾ ਬੜਾ ਸ਼ੌਕੀਨ ਆ। ਕਦੀ ਕਦਾਈ ਬੱਚਿਆਂ ਨੂੰ ਹਾਰਸ ਰਾਈਡ 'ਤੇ ਲੈ ਜਾਣਾ, ਓਕੇਜਨਲੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਕਿਤੇ ਇਕਾਂਤ ਵਿੱਚ ਬਹਿ ਕੇ ਕਿਸੇ ਝੀਲ ਦੇ ਕੰਢੇ 'ਤੇ, ਕਿਸੇ ਹਰਿਆਲੀ ਵਾਲੇ ਥਾਂ 'ਤੇ, ਕਿਸੇ ਵਿਊ 'ਤੇ ਬਹਿ ਕੇ
ਕਿਤਾਬ ਪੜ੍ਹਨੀ ਵੀ ਮੇਰਾ ਇੱਕ ਸ਼ੌਂਕ ਹੈ। ਅਰੇ ਵਾਹ, ਕਿਉਂ ਕਿਤਾਬਾਂ ਜਿਹੜੀਆਂ ਉਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ, ਅਸੀਂ ਮੰਨੀਏ ਜਾਂ ਨਾ ਮੰਨੀਏ। ਜੀ ਬਿਲਕੁਲ। ਤੇ ਨਾਲ ਨਾਲ ਭੱਟ ਸਾਹਿਬ ਹੁਣ ਤੁਸੀਂ ਗ੍ਰੈਂਡ ਚਿਲਡਰਨ ਦਾ ਤਾਂ ਬਹੁਤ ਜ਼ਿਕਰ ਕਰ ਦਿੱਤਾ ਕਿ ਦਾਦਾ ਜੀ ਨੂੰ ਜਿਹੜਾ ਹੈ ਉਹ ਸ਼ਾਮ ਨੂੰ 4:10 ਨਹੀਂ ਹੋਣ ਦਿੰਦੇ, 4 ਵਜੇ ਘਰ ਹੋਣੇ ਚਾਹੀਦੇ ਆ, ਤੇ ਮੈਨੂੰ ਪਤਾ ਬਹੁਤ ਕਲੋਜ਼ ਹੈਗੇ ਆ ਤੁਹਾਡੇ। ਪਰ ਹੁਣ ਜੇ ਤੁਹਾਡੇ ਕਿਡਸ ਦੀ ਗੱਲ ਕਰੀਏ ਤਾਂ ਕਿਡਸ ਜਿਹੜੇ ਨੇ ਉਹ ਮਮ ਦੇ ਜ਼ਿਆਦਾ ਕਲੋਜ਼ ਨੇ ਜਾਂ ਡੈਡ ਦੇ? ਉਹਦੇ ਪੁੱਤਰ ਮੈਂ ਇੱਕ ਤੁਹਾਨੂੰ ਮੈਂ ਗੱਲ ਛੋਟੀ ਜਿਹੀ ਸ਼ੋਰਟ ਦੇ ਵਿੱਚ ਨਿਬੇੜ ਦਾਂਗਾ। ਜਦੋਂ ਮੇਰੇ 2 ਬੱਚੇ ਨੇ, ਕਿਰਤਵੀਰ ਤੇ ਜੀਵਨ, ਜਿਹੜੇ ਢਿੱਡੋਂ ਜੰਮੇ। ਹੁਣ ਤੇ ਮੇਰੇ 4 ਬੱਚੇ ਨੇ, ਕਿਉਂ ਜਵਾਈ ਆ ਨੋ ਆ ਰਾਈਟ। ਉਹ ਵੀ ਜਵਾਈ ਦਾ ਕਹਿਣਾ ਪੈਂਦਾ ਦੱਸਣ ਲਈ, ਪਰ ਉਹ ਵੀ ਸਾਨਿਆ ਤੇ ਮਾਈ ਡਾਟਰ ਲਾਜ ਮੇਰੀ ਧੀ ਹੈ। ਜੀ ਜੀ ਜੀ। ਜਦੋਂ ਇਹ ਬੋਰਨ ਹੋਏ ਨਾ ਤੇ 3-4 ਸਾਲ 5 ਸਾਲ ਤੱਕ 6 ਸਾਲ ਤੱਕ ਵੀ ਮੇਰੀ ਮਿਸਿਜ ਨੇ ਕਹਿਣਾ ਵੀ ਤੁਸੀਂ ਬਹੁਤੇ ਹੈਲਪਫੁਲ ਨਹੀਂ ਹੋ ਬੱਚਿਆਂ ਦੇ ਮਾਮਲੇ 'ਚ ਜੀ। ਤੇ ਮੈਂ ਇਹਨਾਂ ਨੂੰ ਕਹਿਣਾ ਵੀ ਕੋਈ ਗੱਲ ਨਹੀਂ, ਟਾਈਮ ਆਊਟ ਹੋ ਜਾਵਾਂਗੇ। ਜਦੋਂ ਮਾਈ ਸਨ ਨਾ 8 ਸਾਲ ਦਾ ਹੋਇਆ ਤੇ ਮੈਂ ਪੁੱਤਰ ਜਿਹੜਾ ਨਾ ਟਾਈਮ ਆ, ਮੈਂ ਇਹ ਨਾ ਕਿ ਉਹ ਕੋਈ ਜਾਣਾ ਜਾਂ ਆਪਣੇ ਦਰਸ਼ਕ ਇਸ ਚੀਜ਼ ਨੂੰ ਲਾਉਣ, ਪੈਸੇ ਬਿਨਾਂ ਸਾਡਾ ਕੈਨੇਡਾ ਸਰਦਾ ਨਹੀਂ। ਅਸੀਂ ਪੁੱਤਰ 6 ਸਾਲ ਬਾਅਦ ਸਾਨੂੰ ਮੰਜਾ ਜੁੜਿਆ, 6 ਸਾਲ ਇੱਥੇ ਰਹਿਣ ਤੋਂ ਬਾਅਦ ਸਾਨੂੰ ਸੋਫਾ ਜੁੜਿਆ। ਅਸੀਂ ਥੱਲੇ ਇੰਡੀਆ ਵਾਲੀ ਖੇਸੀਆਂ ਅਸੀਂ ਲਿਆਇਓ ਸੀ, ਜਿਹੜੇ ਆਪਣੇ ਅਟੈਚ ਕੇਸ ਪਾ ਕੇ ਉੱਤੇ 6 ਸਾਲ ਸੁੱਤੇ। ਪਰ ਬੱਚੇ ਹੋ ਗਏ ਅਰਲੀ ਸਟੇਜ ਤੇ। ਮੈਂ ਮਿਸਿਜ ਨੂੰ ਇੱਕ ਦਿਨ ਕੰਮ ਤੇ ਨਹੀਂ ਭੇਜਿਆ, ਇੱਕ ਦਿਨ ਵੀ ਨਹੀਂ ਭੇਜਿਆ ਵੀ ਸਾਡੇ ਕੋਲ ਜਿੰਨੀ ਹੋਊ ਮੈਂ ਲਿਆਉਂ, ਰੋਟੀ ਖਾਵਾਂਗੇ, ਬੱਚੇ ਪਾਲਣੇ। ਬੱਚਿਆਂ ਨੂੰ ਵੀ 8 ਸਾਲ ਦੀ ਉਮਰ ਤੱਕ ਮੈਂ ਬੱਚਿਆਂ ਨੂੰ ਬਹੁਤ ਥੋੜ੍ਹਾ ਟਾਈਮ ਦਿੱਤਾ। ਮੈਂ ਖੁਦ 18 ਘੰਟੇ ਕੰਮ ਕਰਦਾ ਸੀ, ਫਾਰਮ 'ਚ ਕਰਦਾ ਸੀ, ਮਸ਼ਰੂਮ 'ਚ ਕਰਦਾ ਸੀ, ਟੈਕਸੀ ਚਲਾਉਂਦਾ ਸੀ। ਜਿੱਦਣ 8 ਸਾਲ ਦਾ ਮੇਰਾ ਸਨ ਹੋਇਆ ਤੇ ਮੈਂ ਮਿਸੀ ਨੂੰ ਕਿਹਾ ਵੀ ਯੂਰ ਰਿਸਪੌਂਸਿਬਿਲਿਟੀ ਇਜ਼ ਓਵਰ, ਨਾਓ ਇਜ਼ ਮਾਈ ਰਿਸਪੌਂਸਿਬਿਲਿਟੀ ਕਿਕ ਇਨ। ਉਸ ਦਿਨ ਤੋਂ ਲਾ ਕੇ ਮੈਂ ਮੁੰਡੇ ਦਾ ਪੂਰਾ ਸਕੈਜੂਲ ਟਾਈਮ ਮੈਨੇਜ ਕਰਕੇ ਫਿਕਸ ਆਵਰ ਇਹਦੇ 4 ਕਰਤੇ ਵੀ ਮੈਂ ਤੈਨੂੰ 4 ਘੰਟੇ ਦਊਂ। ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਦਿਨਾਂ 'ਚ ਆਪਣਾ ਕੰਮ ਖੋਲ੍ਹ ਲਿਆ। ਸਕੂਲੇ ਛੱਡਣਾ, ਸਕੂਲੋਂ ਚੁੱਕਣਾ, ਦਫ਼ਤਰ ਲੈ ਜਾਣਾ, ਦਫ਼ਤਰ ਉੱਥੇ ਨੂੰ ਸਾਈਕਲ ਰੱਖਤਾ, ਬਾਹਰਲੇ ਪਾਸੇ ਸਾਈਕਲ ਜੀ ਚਲਾਉਣੀ। ਬਹੁਤ ਨੇੜੇ ਰੱਖੇ ਬੱਚੇ। ਤੇ ਮੈਂ ਵਾਹਿਗੁਰੂ ਦਾ ਸ਼ੁਕਰ ਹੈ, ਟੱਚ ਬੋਡੇ ਅੱਜ ਉਸ ਚੀਜ਼ ਦਾ ਆਨੰਦ ਲੈਣਾ। ਹਾਂ, ਬੱਚੇ ਉਸੇ ਬੁੱਕਲ ਦੇ ਵਿੱਚ ਉਸ ਤਰੀਕੇ ਨਾਲ ਪੜ੍ਹੇ ਜਿਸ ਤਰੀਕੇ ਨਾਲ ਮੈਂ ਚਾਹੁੰਦਾ ਸੀ ਪੜ੍ਹਨੇ। ਤਾਂ ਉਹਨਾਂ ਨੇ ਵੀ ਮੇਰਾ ਇਹ ਕੀਤਾ ਹੈ, ਵਾਪਸ ਮੋੜਤਾ। ਤੇ ਉਹੀ ਮੈਂ ਆਪਣੇ ਸਨ ਨੂੰ ਤੇ ਆਪਣੇ ਨੌਂ ਨੂੰ ਵੀ ਇਹ ਦੱਸਦਾ ਹੁੰਦਾ ਵੀ ਪੁੱਤਰ ਮੈਨੂੰ ਤਾਂ ਇੰਝ ਲੱਗਦਾ ਵੀ ਆਹ ਜਿਹੜਾ ਤਰੀਕਾ ਸੀ, ਅਸੀਂ ਟਾਈਮ ਬੜਾ ਦਿੱਤਾ, ਅਸੀਂ ਪੈਸੇ ਦੀ ਪਰਵਾਹ ਨਹੀਂ ਕੀਤੀ। ਅਸੀਂ ਇਹਨਾਂ ਨੂੰ ਜਿੱਦਾਂ ਦੀ ਬੋਲੀ ਅਸੀਂ ਬੋਲਦੇ ਹਾਂ ਉੱਦਾਂ ਦੀ ਇਹਨਾਂ ਨੂੰ ਬੋਲੀ ਸਿਖਾਈ ਆ, ਜਿੱਥੇ ਅਸੀਂ ਬਹਿੰਦੇ ਉੱਦਾਂ ਦੇ ਇਹਨਾਂ ਨੂੰ ਬਹਿਣਾ ਸਿਖਾਇਆ। ਫਿਰ ਜਿਹੜੇ ਹੁਣ ਗ੍ਰੈਂਡ ਚਿਲਡਰਨ ਵੀ ਆ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਮਾਂ-ਬਾਪ ਦੀ ਹੋਰ ਵੀ ਐਕਸਟਰਾ ਰਿਸਪੌਂਸਿਬਿਲਿਟੀ ਬਣਦੀ ਆ। ਸੋ ਇਹ ਇੱਕ ਵਧੀਆ ਜਿਹੜਾ ਜ਼ਰੀਆ ਬਣ ਜਾਂਦਾ ਜੇ ਤੁਸੀਂ ਇੱਕ ਵਧੀਆ ਪਰਿਵਾਰ ਦੀ ਸਿਰਜਣਾ ਕਰਦੇ ਹੋ। ਬਿਲਕੁਲ, ਕਿਉਂਕਿ ਕਹਿੰਦੇ ਜਿਹਨੇ ਬੱਚੇ ਸੰਭਾਲ ਲਏ ਉਹਨੇ ਸਾਰਾ ਕੁਝ ਸੰਭਾਲ ਲਿਆ। ਅਮੀਰੀ ਉਹੀ ਹੈ। ਸੋ ਬਹੁਤ ਵਧੀਆ ਇਸ ਗੱਲ ਤੋਂ ਸਾਨੂੰ ਵੀ ਜਿਹੜੇ ਹੋਰ ਨਵੇਂ ਪੇਰੈਂਟਸ ਹੈਗੇ ਨੇ ਜਾਂ ਜਿਨ੍ਹਾਂ ਦੇ ਬੱਚੇ ਛੋਟੇ ਨੇ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਇੰਡੀਆ ਦਾ ਜ਼ਿਕਰ ਕੀਤਾ, ਪੁਰਾਣੀਆਂ ਨੌਕਰੀਆਂ ਦਾ ਜ਼ਿਕਰ ਕੀਤਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਅਸੀਂ ਕਹਿੰਦੇ ਹਾਂ ਕਿ ਅਸੀਂ ਕਿਤੇ ਹੋਰ ਚੱਲੀਏ, ਸਾਨੂੰ ਤੁਸੀਂ ਆਪਣਾ ਘਰ ਵੀ ਦਿਖਾਓ, ਸਾਨੂੰ ਟੂਰ ਵੀ ਲਗਵਾਓ, ਤੇ ਨਾਲ ਨਾਲ ਅਸੀਂ ਤੁਹਾਡੇ ਇੰਡੀਆ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਤਾਂ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਮਿਸਟਰ ਬਾਰਟ ਦੇ ਨਾਲ, ਤੇ ਮਿਸਟਰ ਬਾਰਟ ਦੇ ਨਾਲ ਇਸੇ ਤਰ੍ਹਾਂ ਸਫ਼ਰ ਜਾਰੀ ਰਹੇਗਾ। ਬਣੇ ਰਹੋ ਸਾਡੇ ਨਾਲ। ਬਸ ਅਬ ਪੂਲ ਏਰੀਆ ਦੇ ਵਿੱਚ ਆਏ ਹੈਗੇ ਆ ਅਸੀਂ ਗੇਮਸ ਦੇਖ ਰਹੇ ਹੈਗੇ ਆ। ਕਿੰਨਾ ਕੁ ਟਾਈਮ ਇੱਥੇ ਸਪੈਂਡ ਕਰਦੇ ਆ? ਅਰਸ਼ ਵੈਸੇ ਜਿਹੜੀ ਮਾਰਨਿੰਗ ਹੈ ਨਾ 6 ਵਜੇ ਮੈਂ ਡੈਫੀਨਿਟਲੀ ਬੈੱਡ 'ਚੋਂ ਨਿਕਲਣਾ ਹੁੰਦਾ। ਉਹਦੇ ਵਿੱਚ ਮੇਰਾ ਜੋਰਾ ਡੌਗੀ ਮੇਰਾ ਫਿਰ ਮੇਰਾ ਪਰਸਨਲੀ ਜਿਹੜਾ ਹੈ 10 ਵਜੇ ਤੱਕ 4 ਘੰਟੇ ਜਿਹੜੇ ਨੇ ਉਹਦੇ ਵਿੱਚ ਆਊਟਸਾਈਡ ਵਾਕ, ਜਿਮ, ਪੂਲ ਟੇਬਲ, ਸਾਨਾ, ਹਟ ਟਬ, ਪੂਲ, ਉਹਨੂੰ ਟਾਈਮ ਟੂ ਟਾਈਮ ਰੋਟੇਟ ਕਰਦੇ ਰਹੀਦਾ ਜੀ। ਤੇ ਉਹਦੇ ਵਿੱਚ ਮਤਲਬ ਇਹ ਅੱਗੜ ਪਿਛੜ ਹੋ ਜਾਂਦੇ, ਕਿਸੇ ਦਿਨ ਪੂਲ ਕਰ ਲਿਆ, ਕਿਸੇ ਦਿਨ ਸਾਨਾ ਕਰ ਲਿਆ, ਪਰ 4 ਘੰਟੇ ਆਪਾਂ 10 ਵਜੇ ਤੋਂ ਪਹਿਲਾਂ
ਬ੍ਰੇਕਫਾਸਟ ਵਾਲੇ ਟੇਬਲ ਤੇ ਨਹੀਂ ਬਹਿ ਸਕਦੇ। ਸੋ ਈਵਨਿੰਗ 'ਚ ਇੱਥੇ ਟਾਈਮ ਸਪੈਂਡ ਨਹੀਂ ਹੁੰਦਾ, ਮਾਰਨਿੰਗ 'ਚ ਇੱਥੇ ਸਾਰਾ ਟਾਈਮ ਸਪੈਂਡ ਹੁੰਦਾ? ਨਹੀਂ, ਵੈਸੇ ਨੈਚੁਰਲੀ ਆ ਸਾਰੇ ਘਰ ਦੇ ਵਿੱਚ ਹੀ ਟਾਈਮ ਸਪੈਂਡ ਹੁੰਦਾ, ਪਰ ਜਿਹੜੀ ਈਵਨਿੰਗ ਆ, ਈਵਨਿੰਗ ਹੁੰਦੀ ਫੈਮਿਲੀ ਵਾਲੀ। ਸੋ ਉਹਦੇ ਲਈ ਅਸੀਂ ਇਕੱਠੇ ਵੀ ਫਿਰ ਬਾਅਦ ਦੇ ਵਿੱਚ ਵੀ ਸ਼ਾਮ ਨੂੰ ਪੂਲ ਬੱਚੀਆਂ ਨਾਲ ਜੀ ਬਾਹਰ ਉਹਨਾਂ ਦੀ ਜਿਹੜੀਆਂ ਗੇਮਸ ਲੱਗੀਆਂ ਆ, ਟ੍ਰੈਪਲਿਨ ਲੱਗੀ ਆ, ਫਿਰ ਥੀਏਟਰ ਰੂਮ ਆ, ਥੀਏਟਰ ਰੂਮ ਦੇ ਵਿੱਚ ਵੱਡੇ ਪਰਦੇ ਤੇ ਮੂਵੀ ਫਿਰ ਨਿਆਣੇ ਲਾਈਕ ਕਰਦੇ ਤੇ ਨਾਲ ਮੈਨੂੰ ਵੀ ਕਈ ਵਾਰੀ ਜਦੋਂ ਮੈਂ ਉਹਨਾਂ ਦੇ ਕਾਰਟੂਨ ਉਹਨਾਂ ਨਾਲ ਬਹਿ ਕੇ ਵਾਚ ਕਰਦਾ ਜੀ ਜੀ ਤੇ ਮੈਨੂੰ ਵੀ ਇਦਾਂ ਲੱਗਦਾ ਹੁੰਦਾ ਵੀ ਅਸਲੀ ਜ਼ਿੰਦਗੀ ਆਹੀ ਹੈ। ਵੈਰੀ ਨਾਈਸ, ਵੈਰੀ ਨਾਈਸ। ਆਜੋ ਸਾਨੂੰ ਹੋਰ ਵੀ ਕਈ ਕੁਝ ਛੋਟਾ ਦਿਖਾ ਦਿੰਦੇ ਜੇ ਤੁਸੀਂ ਕਹੋ ਤੇ। ਜੀ ਜੀ। ਸੋ ਪੂਲ ਸਾਈਡ ਏਰੀਆ ਹੈਗਾ ਆ, ਸੋ ਵਧੀਆ ਕਿ ਬੱਚੇ ਜਿਹੜੇ ਨੇ ਉਹ ਘਰ ਦੇ ਵਿੱਚ ਇੰਜੋਏ ਕਰ ਲੈਂਦੇ ਹੈਗੇ, ਉਹਨਾਂ ਨੂੰ ਬਾਹਰ ਨਹੀਂ ਕਿਤੇ ਜਾਣ ਦੀ ਲੋੜ ਪੈਂਦੀ। ਹਾਂਜੀ ਬਿਲਕੁਲ ਜੀ, ਬਿਲਕੁਲ। ਇਹ ਤੇ ਜਦੋਂ 3-3 ਮਹੀਨੇ ਦੀਆਂ ਉਦੋਂ ਦੀਆਂ ਪਾਣੀ 'ਚ ਛਾਲਾਂ ਮਾਰਦੀਆਂ। ਵੈਰੀ ਨਾਈਸ। ਸੋ ਉਸ ਹਿਸਾਬ ਦੇ ਨਾਲ ਆਪਾਂ ਜ਼ਿੰਦਗੀ ਅਰਸ਼ ਇੱਥੇ ਵੈਸੇ ਮੈਂ ਇੰਨਾ ਕੁ ਜ਼ਰੂਰ ਜ਼ਿਕਰ ਕਰ ਦਿੰਦਾ, ਜ਼ਿੰਦਗੀ ਸਾਡੇ ਹੱਥ ਹੀ ਹੈ ਜੀਣੀ ਕਿੱਦਾਂ ਹੈ। ਜੀ ਜੇ ਤੇ ਪੈਸੇ ਵਾਲੀ ਭੁੱਖ ਵਧਾ ਲੋਗੇ ਉਹ ਤੋਂ ਬਿਨਾਂ ਸਰਦਾ ਨਹੀਂ, ਪਰ ਇੰਨੇ ਵੀ ਸਾਨੂੰ ਭੁੱਖੇ ਨਹੀਂ ਹੋ ਜਾਣਾ ਚਾਹੀਦਾ ਵੀ ਅਸੀਂ ਪੈਸੇ ਲਈ ਹਿੱਲਣਾ ਜੁਲਣਾ ਹੈ। ਹੌਬੀਜ਼ ਦਾ ਪੈਦਾ ਕਰਨਾ ਇਹ ਇਨਸਾਨ ਦੇ ਆਪਣੇ ਹੱਥ ਹੈ। ਬਿਲਕੁਲ। ਤੇ ਹੌਬੀਜ਼ ਪੈਦਾ ਹੁੰਦੀਆਂ ਉਦੋਂ ਹੀ ਹੁੰਦੀਆਂ ਜਦੋਂ ਮਨ ਮੰਨੇ, ਤੁਹਾਡਾ ਵੱਖਰਾ ਵੱਖਰਾ ਕੁਝ ਕਰਨ ਨੂੰ ਜੀ ਕਰਦਾ। ਤੇ ਇਹ ਸਾਰਾ ਕੁਝ ਤਾਂ ਤੁਹਾਡੀ ਪਕੜ ਚ ਆਊਗਾ ਜੇ ਤੁਸੀਂ ਮੇਰੀ ਪਹਿਲੀ ਗੱਲ ਤੇ ਆਓਗੇ ਮੋੜ ਕੇ, ਤੁਸੀਂ ਪੰਚੁਅਲ ਹੋ। ਪੰਚੁਅਲ ਵੀ ਹੋਵੋਗੇ ਤੇ ਇਹ ਜਿਹੀਆਂ ਚੀਜ਼ਾਂ ਮੰਨਣ ਦੇ ਲਈ ਤੁਹਾਨੂੰ ਫੋਕਸਡ ਹੋਣਾ ਪੈਣਾ ਹੈਗਾ। ਤੇ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਖੁਸ਼ ਹੈਗੇ ਹੋ, ਸਭ ਕੁਝ ਇੰਜੋਏ ਕਰ ਰਹੇ ਹੋ, ਤਾਂ ਤੁਸੀਂ ਕੰਮ ਤੇ ਵੀ ਉਨਾ ਹੀ ਫੋਕਸ ਕਰ ਸਕਦੇ ਹੈਗੇ। ਉਹ ਡੈਫੀਨਿਟਲੀ। ਜੇ ਨਾ ਮੈਂ ਤੇ ਫਿਰ ਵੀ ਸਾਰੇ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਕਰਦਾ, ਆਪਣੇ ਆਪ ਨਾਲ ਵੀ ਇੱਕ ਸੋਚ ਮਾਰ ਕੇ ਦੇਖੋ ਕਿ ਕੀ ਮੈਨੂੰ ਪਤਾ ਵੀ ਮੈਂ ਮੋੜਲੇ ਸੋਮਵਾਰ ਕੀ ਕਰਨਾ ਹੈ, ਕਿ ਜਾਂ ਮੈਨੂੰ ਸੋਮਵਾਰ ਨੂੰ ਉੱਠ ਕੇ ਹੀ ਪਤਾ ਲੱਗਣਾ ਮੈਂ ਕੀ ਕਰਨਾ ਹੈ। ਜੀ ਜ਼ਮੀਨ ਅਸਮਾਨ ਦਾ ਫਰਕ ਹੈ। ਬਿਲਕੁਲ। ਤੁਸੀਂ ਤੁਹਾਡਾ ਆਲਰੇਡੀ ਸਭ ਕੁਝ ਸੈੱਟ ਹੋਇਆ, ਮਾਈਂਡ ਸੈੱਟ ਹੋਇਆ, ਤੁਸੀਂ ਦੌੜੇ ਨਹੀਂ ਫਿਰਦੇ, ਤੁਸੀਂ ਲੰਚ ਟਾਈਮ ਨਾਲ ਖਾ ਰਹੇ ਹੋ, ਤੁਸੀਂ ਆਪਣੀ ਬ੍ਰੇਕ ਟਾਈਮ ਨਾਲ ਲੈ ਰਹੇ ਹੋ। ਤੇ ਆਦਮੀ ਖਿਜੂ ਕਦੋਂ ਕਰਦਾ? ਜਦੋਂ ਉਹ ਟਰੈਕ ਤੋਂ ਲਿਖਦਾ ਹੁੰਦਾ। ਸੋ ਟਰੈਕ ਤੇ ਰਹਿਣ ਦੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ। ਬਿਲਕੁਲ। ਹੁਣ ਅਸੀਂ ਇੱਥੇ ਆਏ ਆ, ਮਾਹੌਲ ਆ, ਤੇ ਇੱਕ ਗੇਮ ਤੁਹਾਡੇ ਨਾਲ ਖੇਡ ਲਈਏ ਜਿਹਨੂੰ ਕਹਿੰਦੇ ਨੇ ਯੂਅਰ ਫਰਸਟ। ਅੱਛਾ ਜੀ, ਚਲੋ ਗੇਮ ਲਾ ਲੈਨੇ ਜੀ। ਦੇਖੋ ਪੁੱਤਰ, ਇੰਨਾ ਖਿਆਲ ਰੱਖੀ ਆਪਣੀ, ਮਤਲਬ ਅੱਜ ਦੇ ਜ਼ਮਾਨੇ ਦੀ ਗੇਮ ਨਾ ਕੋਈ ਲਾ ਲਈ, ਮੇਰੇ ਜ਼ਮਾਨੇ ਦੀ ਲਾਈ। ਕਿਉਂ ਚਿੱਟੇ ਵਾਲਾਂ 'ਚ ਤੇ ਤੇਰੇ ਵਾਲਾਂ 'ਚ ਫਰਕ ਬਹੁਤ ਆ। ਬਸ ਆਪਾਂ ਹੁਣ ਖੇਡਣ ਲੱਗੇ ਗੇਮ, ਤੇ ਗੇਮ ਦਾ ਨਾਮ ਹੈ ਯੂਅਰ ਫਰਸਟ। ਯੂਅਰ ਫਰਸਟ। ਸੋ ਤੁਸੀਂ ਜਲਦੀ ਜਵਾਬ ਦੇਣੇ ਆ, ਟਾਈਮ ਬਿਲਕੁਲ ਨਹੀਂ ਲੈਣਾ। ਬਿਲਕੁਲ। ਸੋ ਯੂਰ ਫਰਸਟ ਕੁਐਸਚਨ ਵਿਲ ਬੀ ਫਰਸਟ ਜੌਬ। ਫਾਰਮ ਵਰਕਰ। ਫਰਸਟ ਸੈਲਰੀ। $75 per hour. Wow. First car. Chevrolet. First home. Rental. First company. Wong Mushroom Farm. First time you faced rejection. ਇਹ ਤਾਂ ਲੰਮਾ ਥੋੜਾ ਜਿਹਾ। ਕਦੋਂ ਫੇਸ ਕਰਨੀ ਪਈ ਸੀ, ਬਸ ਇਹੀ ਦੱਸ ਦਿਓ। ਐਕਚੁਅਲੀ ਪੁੱਤ ਇਹ ਤਾਂ ਲਾਈਫ 'ਚ ਬਹੁਤ ਕੁਝ ਕੀਤਾ ਮੈਂ ਤੇ ਲੈ ਕੇ ਜਾਣਾ। ਚਲੋ when I was at the age of 17. Perfect. First best friend. Billa Sandhu. Oh wow. First role model. First role model John Burgess. First family vacation. Trip to New York. First big achievement you had. Having a job as a salesperson. First country you visited. Canada. First project you did. Built a house. First dealership you had. Sukiba Motors. First car you sell. Chevy Pontiac. First brand you had. A Rolex. Very nice. So very ਤੁਸੀਂ ਬਹੁਤ ਵਧੀਆ ਜਵਾਬ ਦਿੱਤੇ ਹੈਗੇ। ਸੋ ਗੱਲ ਨਾਲ WhatsApp ਇੰਡੀਆ ਦੀਆਂ ਗੱਲਾਂ ਤੁਸੀਂ ਹਰ ਗੱਲ ਦੇ ਵਿੱਚ ਜ਼ਿਕਰ ਹੋ ਜਾਂਦਾ, ਪੰਜਾਬ ਦਾ ਜ਼ਿਕਰ ਹੋ ਜਾਂਦਾ। ਪਹਿਲਾਂ ਤਾਂ ਇਹ ਦੱਸੋ ਕਿ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ? ਹਾਂਜੀ ਪੁੱਤਰ, ਜਿਹੜਾ ਪੰਜਾਬ ਦਾ ਆਪਣੀਆਂ ਰੋਜ਼ਾਨਾ ਡਿਸਕਸ਼ਨ ਦੇ ਵਿੱਚ ਪੰਜਾਬ ਦਾ ਨਾਂ ਹੋਣਾ ਉਹ ਸੁਭਾਵਿਕ ਹੈ। ਅਸੀਂ ਉੱਥੇ ਦੇ ਜੰਮੇ ਹਾਂ, ਅਸੀਂ ਉੱਥੇ ਦੇ ਪਲੇ ਹਾਂ, ਸਾਡੀ ਜਨਮ ਭੂਮੀ ਹੈ। ਔਰ ਉਦੋਂ ਉੱਤੋਂ ਦੀ ਵੀ ਗੱਲ ਹੈ ਵੀ ਅਸੀਂ ਕੈਨੇਡਾ ਆ ਗਿਆ, ਸੁੱਖੀਵਾੜ ਕੈਨੇਡਾ ਆ ਗਿਆ, ਪਰ ਸੁੱਖੀਵਾੜ ਦਾ ਪੰਜਾਬ ਨਾਲ ਬਹੁਤ ਮੋਹ ਹੈ, ਬਹੁਤ ਪਿਆਰ ਹੈ।
ਸੋ ਇਸ ਕਰਕੇ ਨੈਚੁਰਲੀ ਆ। ਤੇ ਦੂਸਰਾ ਜਿਹੜਾ ਉੱਤਰ ਮੇਰਾ ਜਿਹੜਾ ਜਨਮ ਹੈ ਪਿੰਡ ਹਰਦੋ ਫਰਾਲਾ, ਮੋਸਟਲੀ ਆਪਣੇ ਜਿਹੜੇ ਦਰਸ਼ਕ ਨੇ ਜਾਣਦੇ ਹੋਣਗੇ ਕਿ ਲਵਲੀ ਯੂਨੀਵਰਸਿਟੀ ਹੈ ਚਿਹੜੂ ਕੋਲ, ਜੀ ਉਹਦੇ ਨਾਰਥ ਸਾਈਡ ਤੇ 2.5 ਕਿਲੋਮੀਟਰ ਦੀ ਦੂਰੀ ਤੇ ਇੱਕ ਛੋਟਾ ਜਿਹਾ ਪਿੰਡ ਵੇਈ ਕੰਡੇ ਤੇ ਵਸਿਆ ਹੋਇਆ। ਉੱਥੇ ਆਪਾਂ ਜਨਮੇ ਆ, ਉੱਥੇ ਆਪਾਂ ਪ੍ਰਾਇਮਰੀ ਸਕੂਲ 'ਚ ਪੜ੍ਹੇ ਆ ਜੀ। ਨਾਲ ਦਾ ਪਿੰਡ ਉਹਦਾ ਨਾਂ ਕੁੱਕੜ ਪਿੰਡ ਹੈ। ਅੱਛਾ ਜੀ। ਉਹ ਉੱਥੇ ਹਾਈ ਸਕੂਲ ਹੈ, ਉੱਥੋਂ ਮੈਂ ਹਾਈ ਸਕੂਲ 10 ਜਮਾਤਾਂ ਪੜ੍ਹਿਆ ਜੀ। ਤੇ ਇੱਕ ਬੜੀ ਇੰਟਰਸਟਿੰਗ ਵਾਲੀ ਗੱਲ ਆ, ਤੇ ਉਹ ਦੋਨਾਂ ਪਿੰਡਾਂ ਦੇ ਗੱਬੇ ਦੀ ਇੱਕ ਵੇਈ ਚੱਲਦੀ ਹੈ। ਉਹਨਾਂ ਦਿਨਾਂ 'ਚ ਪੁਲ ਨਹੀਂ ਸੀ ਉੱਥੇ ਜੀ, ਤੇ ਅਸੀਂ ਘਰੋਂ ਸ਼ੋਰਟਸ ਪਾ ਕੇ ਜਾਂਦੇ ਹੁੰਦੇ ਸੀ, ਵੇਈ ਲੰਘ ਕੇ ਪਜਾਮੇ ਪਾਉਂਦੇ ਹੁੰਦੇ ਸੀ ਪਾਣੀ ਦੇ ਵਿੱਚ ਹੀ। ਔਰ ਕਈ ਵਾਰੀ ਪਾਣੀ ਇੱਥੇ ਤਾਂ ਹੀ ਹੋਣਾ ਜਾਂ। ਸੋ 10ਵੀਂ ਜਮਾਤ ਮੈਂ ਉੱਥੋਂ ਪੜ੍ਹਿਆ। ਉਦੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾਖਲਾ ਲੈ ਲਿਆ ਜੀ। ਸੋ ਜਿਵੇਂ ਤੁਸੀਂ ਕਿਹਾ ਕਿ ਇੱਥੇ ਆਇਆਂ ਨੂੰ ਤੁਹਾਨੂੰ 40-45 ਸਾਲ ਹੋ ਗਏ ਹੈਗੇ ਨੇ, ਸੋ ਉਹ ਪੰਜਾਬ ਅਜੇ ਤੱਕ ਯਾਦ ਹੈ, ਮੈਮਰੀਜ਼ ਯਾਦ ਹੈ ਹਜੇ ਤੱਕ? ਹਾਂਜੀ ਪੁੱਤਰ, ਬੇਸ਼ੱਕ ਸੁਭਾਵਿਕ ਗੱਲ ਆ ਕਿ ਉਸ ਪੰਜਾਬ 'ਚ ਬਦਲਾਅ ਆਉਣਾ ਵੀ ਜ਼ਰੂਰੀ ਹੈ ਜੀ। ਬਹੁਤੀਆਂ ਚੀਜ਼ਾਂ 'ਚ ਬਦਲਾਅ ਆਇਆ, ਜ਼ਿਆਦਾ ਬਦਲਾਅ ਆਇਆ ਕਿਉਂ ਅਸੀਂ ਜਿਹੜੇ ਉੱਥੇ ਦੇ ਪੰਜਾਬ 'ਚ ਰਹਿਣ ਵਾਲੇ ਆ ਉਹ ਪੰਜਾਬੀਅਤ ਨੂੰ ਦੇ ਨੇੜੇ ਨਹੀਂ ਬਹੁਤੇ ਰਹੇ, ਦੂਰ ਹੋ ਰਹੇ ਨੇ। ਤੇ ਸਾਡੇ ਵਰਗੇ ਅਸੀਂ ਜਦੋਂ ਅਸੀਂ ਜਾਂਦੇ ਆ, ਖੂਹ ਤੇ ਜਾਂਦੇ ਆ, ਪੈਲੀਆਂ 'ਚ ਜਾਂਦੇ ਆ, ਬੰਨਿਆਂ ਤੇ ਤੁਰਦੇ ਆ, ਫਿਰ ਸਾਡਾ ਇੱਥੇ ਖੂਹ ਹੁੰਦਾ ਸੀ, ਸਾਡਾ ਇੱਥੇ ਅੰਬ ਹੁੰਦਾ ਸੀ, ਇੱਦਾਂ ਦੀਆਂ ਜਦੋਂ ਅਸੀਂ ਗੱਲਾਂ ਕਰਕੇ ਅਸੀਂ ਭਾਵੁਕ ਵੀ ਹੋ ਜਾਂਦੇ ਆ। ਫਿਰ ਉੱਥੇ ਜਦੋਂ ਅਸੀਂ ਘਰ ਹੁੰਦੇ ਆ, ਮੈਨੂੰ ਵੈਸੇ ਚੀਜ਼ ਦਾ ਮਾਣ ਆ, ਮੈਂ ਆਪਣੇ ਬਾਪੂ ਦਾ ਹਰ ਚੀਜ਼ ਖੇਤਾਂ ਤੋਂ ਲੈ ਕੇ ਘਰ ਤੋਂ ਲੈ ਕੇ ਘਰ ਦਾ ਹੀ ਨੇਵਾਦ, ਮੰਜੇ, ਬਿਸਤਰੇ, ਪੇਟੀਆਂ, ਔਰ ਮੇਰੀ ਮਾਈ ਦਾ ਸੰਦੂਕ ਜਿਹੜਾ ਮੈਂ ਇੰਨਾ ਸਜਾ ਕੇ ਰੱਖਿਆ ਹੋਇਆ ਹੈ। ਇੱਥੋਂ ਤੱਕ ਕਿ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ। ਭੂਕਣਾ ਇੱਕ ਹੁੰਦਾ ਹਵਾਮਾਨ ਨੂੰ, ਜਾਣਦੇ ਹੋਵੋਗੇ ਸ਼ਾਇਦ ਤੁਸੀਂ। ਜੀ ਬਿਲਕੁਲ। ਚਮਟਾ, ਸਾਗ ਚੀਨ ਵਾਲੀ ਦਾਤੀ, ਤੇ ਉਹ ਬੜੇ ਬੜੇ ਪਾਵਿਆਂ ਵਾਲੇ ਮੰਜੇ ਦਾਦੇ ਦੇ ਟਾਈਮ ਦੇ, ਪੜਦਾਦੇ ਦੇ ਟਾਈਮ ਦੇ। ਮੈਂ ਤਾਂ ਉਹਨਾਂ ਤੇ ਸੌਂ ਕੇ ਵੈਸੇ ਮੈਨੂੰ ਨੀਂਦ ਬਹੁਤ ਆਉਂਦੀ ਹੈ। ਬਿਲਕੁਲ, ਸੱਭਿਆਚਾਰ ਇਹਨੂੰ ਹੀ ਕਹਿੰਦੇ ਆ, ਇਹਨੂੰ ਹੀ ਕਹਿੰਦੇ ਕਿ ਆਪਣੀਆਂ ਰੂਟਸ ਨੂੰ ਸੰਭਾਲ ਕੇ ਜਿਹੜਾ ਰੱਖਿਆ ਜਾਵੇ। ਪਰ ਹੁਣ ਜਦੋਂ ਅਸੀਂ ਉਹ ਗੱਲ ਕਰਦੇ ਹਾਂ ਕਿ ਪੰਜਾਬ ਤੋਂ ਇੱਥੇ ਆਉਣਾ, ਕਿਉਂਕਿ ਵਿਦੇਸ਼ਾਂ 'ਚ ਜਦੋਂ ਅਸੀਂ ਆਉਂਦੇ ਹਾਂ ਜ਼ਾਹਿਰ ਤੌਰ 'ਤੇ ਅਸੀਂ ਵਧੀਆ ਫਿਊਚਰ ਦੇ ਵਾਸਤੇ ਆਉਂਦੇ ਹਾਂ, ਸੋ ਜਦੋਂ ਉਹ ਛੱਡ ਕੇ ਇੱਥੇ ਆਏ, ਇਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ, ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਟਾਈਮ? ਦੇਖੋ ਜੀ, ਜਦੋਂ 45 ਸਾਲ ਪਹਿਲਾਂ ਦੀ ਜਦੋਂ ਗੱਲ ਰਿਸੀਵ ਕਰਦੇ ਆ, ਵਾਜ਼ਨਟ ਦੈਟ ਈਜ਼ੀ ਟੂ ਸੈਟਲ ਇਨ ਕੈਨੇਡਾ। ਬੇਸ਼ੱਕ ਕੋਈ ਵੀਜ਼ਾ ਨਹੀਂ ਸੀ ਲੈਣਾ ਪੈਂਦਾ, ਬਾਰਡਰ ਤੇ ਸਕਾਲਾ ਹੀ ਸੀ। ਮੈਂ ਵੀ ਬਸ ਟਿਕਟ ਲੈ ਕੇ ਆਇਆ, ਕੋਈ ਵੀਜ਼ਾ ਨਹੀਂ ਸੀ ਉਹਨਾਂ ਦਿਨਾਂ 'ਚ। ਪਰ ਇੱਥੇ ਆ ਕੇ ਸੈਟਲ ਹੋਣਾ ਬਹੁਤ ਵੱਡਾ ਚੈਲੰਜ ਸੀ। ਰੇਸਿਸ ਜਿਹੜਾ ਸੀਗਾ ਬਹੁਤ ਸੀਗੇ ਇੱਥੇ, ਮਤਲਬ ਇਸ ਚੀਜ਼ ਦੇ ਗੋਰੇ ਸਾਨੂੰ ਬਹੁਤਾ ਨਫ਼ਰਤ ਕਰਦੇ ਸੀ, ਔਰ ਇਹਨਾਂ ਨੂੰ ਸਾਨੂੰ ਪਾਕੀ ਕਹਿੰਦੇ ਹੁੰਦੇ ਸੀ। ਔਰ ਅਸੀਂ ਮੁੰਡੇ ਇਕੱਠੇ ਹੋ ਕੇ ਘਰੋਂ ਬਾਹਰ ਨਿਕਲਣਾ, ਇਕੱਲਿਆਂ ਨੇ ਨਹੀਂ ਜਾਣਾ। ਫਿਰ ਜੋਬਾਂ 'ਤੇ ਡਿਸਕ੍ਰਿਮੀਨੇਸ਼ਨ, ਸਾਨੂੰ ਜਿੱਦਾਂ ਲੇਬਰ ਦੇ ਵਿੱਚ ਗਿਣਿਆ ਜਾਂਦਾ ਸੀ, ਜਿੱਦਾਂ ਅਸੀਂ ਇਹਨਾਂ ਦੇ ਮਤਲਬ ਲੋ ਐਂਡ ਦਾ ਹੀ ਕੰਮ ਕਰਨ ਆਏ ਆ। ਪਰ ਉਹਨਾਂ ਦਿਨਾਂ ਦੇ ਵਿੱਚ ਚੰਗੀ ਜੋਬ ਦਾ ਲੈਣਾ, ਕਿਤੇ ਵੱਡਾ ਅਫਸਰ ਬਣਨਾ, ਜਿੱਦਾਂ ਹੁਣ ਅਸੀਂ ਆ ਇੱਥੇ, ਅਸੀਂ ਦੇਖੋ ਕਿੱਥੇ ਤੋਂ ਕਿੱਥੇ ਪਹੁੰਚ ਗਏ। ਬਿਲਕੁਲ, ਇਹ ਤਾਂ ਸੁਪਨੇ ਸਨ। ਫਿਰ ਉਦੋਂ ਸਾਨੂੰ ਸੈਲਰੀਜ਼ ਉੱਦਾਂ ਦੀਆਂ ਮਿਲਣੀਆਂ, ਫਿਰ ਜੋਬਾਂ ਉੱਦਾਂ ਦੀਆਂ ਮਿਲਣੀਆਂ। ਇੱਕ ਅਰਲੀ ਉਮਰ 19 ਸਾਲ ਦਾ, ਜਿੱਥੇ ਚਾਹ ਬਿਨਾਂ ਸੀ ਘਰ ਬਣਾਈ ਪਿੱਛੇ, ਇੱਥੇ ਆ ਕੇ ਸਾਰਾ ਸਿਰ ਪੈ ਗਿਆ। ਔਰ ਮੈਨੂੰ ਵੈਸੇ ਖੁਸ਼ੀ ਦੀ ਗੱਲ ਹੈ ਕਿ ਮੈਂ ਤਾਂ 20.5 ਸਾਲ ਦੀ ਉਮਰ 'ਚ ਵਿਆਹ ਗਿਆ ਸੀ। ਅੱਛਾ, ਫਿਰ ਫੈਮਿਲੀ ਨਾਲ ਹੀ ਆਈ ਸੀ ਕਿ ਉਹ ਪਿੱਛੇ ਸੀ ਤੇ ਬਾਅਦ 'ਚ ਆਈ ਸੀ? ਨਹੀਂ, ਮੈਂ ਵੈਸੇ ਵਿਜ਼ਿਟ ਕਰਨ ਆਇਆ ਸੀਗਾ, ਤੇ ਮੇਰੀ ਮਿਸਿਜ ਮੇਰੇ ਤੋਂ 6 ਮਹੀਨੇ ਪਹਿਲਾਂ ਫੈਮਿਲੀ ਬੇਸ ਤੇ ਆਈ ਸੀ। ਓਕੇ। ਉਹਨਾਂ ਦੇ ਬ੍ਰਦਰ ਇੱਥੇ ਰਹਿੰਦੇ ਸੀ, ਉਹਨਾਂ ਦੀ ਸਿਸਟਰ ਤੇ ਮੇਰੀ ਮਿਸਿਸ ਤੇ ਉਹਨਾਂ ਦੇ ਮੰਮੀ ਡੈਡੀ PR ਆਏ ਸੀ। ਅੱਛਾ ਜੀ। ਤੇ ਮੈਨੂੰ ਵੈਸੇ ਵਧੀਆ ਸੀਗਾ, ਇੱਕ ਤੇ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਜੀਵਨ ਸਾਥੀ ਮਿਲ ਗਿਆ, ਜਿੱਥੋਂ ਅਸੀਂ ਸਭ ਕੁਝ ਪੈਦਾ ਹੋਏ ਆ, ਗਾਹਾਂ ਵਧੇ ਆ। ਦੂਸਰਾ ਸੀਗਾ, ਮੈਂ PR ਵੀ ਮੇਰੀ ਵੈਸੇ ਇੱਕ ਵਿਆਹ ਮੈਰਿਜ ਬੇਸ ਤੇ ਹੋਈ ਸੀਗੀ। ਸੋ ਇੱਥੋਂ ਆਪਣਾ ਸਫ਼ਰ ਸ਼ੁਰੂ ਹੋਇਆ। ਔਖਾ ਸੀ ਜੀ। ਉਹਦੇ 2 ਕਾਰਨ ਸੀਗੇ। ਇੱਕ ਤੇ ਅਸੀਂ ਪਿੱਛੋਂ ਅਮੀਰ ਨਹੀਂ ਸੀ, ਅਸੀਂ ਤੇ ਕਿੱਲਾ ਖੰਡ ਵੇਚ ਕੇ ਹੀ ਟਿਕਟ ਲਈ ਸੀ, ਜਿਹੜਾ ਸੀਗਾ ਮੀਡੀਅਮ ਤੋਂ ਥੱਲੇ ਸੀਗੇ, ਮੀਡੀਅਮ ਵੀ ਥੱਲੇ ਸੀ। ਦੂਸਰਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ, ਜਦੋਂ ਪਿੰਡ ਦੀ ਗੱਲ ਆਉਂਦੀ, ਮੇਰਾ ਇੱਕ ਪਿੰਡ ਪਤਾਰਾ ਵੀ ਹੈ। ਅੱਛਾ ਜੀ। ਜਿਹੜਾ ਡਿਸਟ੍ਰਿਕਟ ਜਲੰਧਰ ਦੇ ਵਿੱਚ ਹੀ ਹੈ, ਉਹ ਰਾਮਾ ਮੰਡੀ ਤੋਂ 4 ਕਿਲੋਮੀਟਰ ਤੇ ਹੈ। ਉਹ ਮੇਰੇ ਵੈਸੇ ਮਾਸੀ ਜੀ ਦਾ ਪਿੰਡ ਸੀਗਾ। ਮੇਰੀ ਮਾਸੀ ਜੀ ਦੇ 7 ਲੜਕੀਆਂ ਸਨ, ਤੇ ਮੈਂ ਵੈਸੇ ਬੜੀ ਅਰਲੀ ਏਜ ਦੇ ਵਿੱਚ ਮੇਰੀ ਮਾਂ ਨੇ ਤੇ ਮੇਰੀ ਮਾਸੀ ਨੇ ਆਸ ਵਿੱਚ ਹੀ ਇੰਗੇਜਮੈਂਟ ਕਰਕੇ ਤੇ ਮੈਨੂੰ ਇੱਕ ਤਰ੍ਹਾਂ ਦਾ ਅਫੀਸ਼ੀਅਲੀ ਉਹਨਾਂ ਨੂੰ ਸੌਂਪਤਾ ਸੀ।
ਇਸ ਕਰਕੇ ਨਹੀਂ ਵੀ ਪਾਲਣਾ ਪੋਸ਼ਣ ਨਹੀਂ ਸੀ ਕਰ ਸਕਦੇ, ਇਸ ਕਰਕੇ ਕਿ ਉਹ ਡਾਊਨ ਰਹਿੰਦੇ ਸੀ ਉਹ। ਤੇ ਹੁਣ ਅੱਜ ਤੱਕ ਮੇਰਾ ਉਹ ਵੀ ਮਾਂ-ਬਾਪ ਚਲੇ ਗਏ, ਜਿਹਨੀ ਜਨਮਿਆ ਉਹ ਵੀ ਚਲੇ ਗਏ, ਤੇ ਮੇਰੀਆਂ ਉਹ 7 ਭੈਣਾਂ ਨੇ। ਅਰੇ ਵਾਹ। ਤੇ 2 ਭੈਣਾਂ ਮੇਰੀਆਂ ਮੇਰੇ ਜਿਸ ਕੁੱਖ ਤੋਂ ਮੈਂ ਜਨਮ ਲਿਆ ਉਹ ਨੇ, ਤਾਂ ਉਹ 7 ਵਿੱਚੋਂ 1 ਚੜ੍ਹਾਈ ਕਰ ਗਏ ਨੇ। ਸੋ ਹੁਣ ਇਸ ਵੇਲੇ I'm very much proud I have 8 sisters, ਤੇ ਉਹ ਸਾਰੇ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਬੜੇ ਨਾਈਸਲੀ ਸੈਟਲ ਹੋ ਗਏ ਆ। ਪਰ ਉਹਨਾਂ ਦਿਨਾਂ ਦੇ ਵਿੱਚ ਹਾਲ ਬਹੁਤੇ ਵਧੀਆ ਨਹੀਂ ਸੀ। ਤੁਸੀਂ ਜੀਵਨ ਸਾਥੀ ਦਾ ਜ਼ਿਕਰ ਕੀਤਾ, ਵਾਈਫ ਦਾ ਜ਼ਿਕਰ ਕੀਤਾ, ਉਹਨਾਂ ਦਾ ਅੱਜ ਤੱਕ ਸਾਥ ਕਿਸ ਤਰ੍ਹਾਂ ਰਿਹਾ? ਦੇਖੋ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਸਾਥ ਜਿਹੜਾ ਰਿਹਾ ਕਿ ਅਸੀਂ ਬੱਚੇ ਪਾਲਣ 'ਚ ਬਹੁਤ ਕਾਮਯਾਬ ਹੋਏ, ਤੇ ਉਹਦਾ ਜਿਹੜਾ ਮਕਸਦ ਸੀਗਾ ਉਹਨਾਂ ਦਾ, ਅਸੀਂ ਅਰਲੀ ਸਟੇਜ ਆਏ ਸੀ, ਮੈਂ 16 18 ਘੰਟੇ ਕੰਮ ਕਰਨਾ, ਤੇ ਬੱਚੇ ਸਾਡੇ ਕੋਈ ਸਾਂਭਣ ਨੂੰ ਉਦੋਂ ਹੈ ਨਾ ਸੀਗਾ। ਇਹਨਾਂ ਦੇ ਮਮ ਡੈਡ ਆਪਣੇ ਬ੍ਰਦਰ ਨਾਲ ਰਹਿੰਦੇ ਸੀ, ਤੇ ਅਸੀਂ ਬਹੁਤਾ ਬਰਡਨ ਵੀ ਅਸੀਂ ਪਾਉਣਾ ਚਾਹੁੰਦੇ। ਮੇਰੇ ਮਮ ਡੈਡ ਬਾਅਦ 'ਚ ਆਏ, ਸੋ ਮਿਸਿਸ ਘਰ ਰਹੇ, ਪਰ ਉਹ ਘਰ ਰਹਿਣ ਦਾ ਉਹਨਾਂ ਦਿਨਾਂ 'ਚ ਸਾਨੂੰ ਫੀਲ ਕਰਦੇ ਸੀ ਵੀ ਸਾਨੂੰ ਇਕਨੋਮਿਕਲੀ ਸ਼ਾਇਦ ਫਰਕ ਪਊਗਾ, ਪਰ ਹੁਣ ਅਸੀਂ ਫੀਲ ਕਰਦੇ ਹਾਂ ਵੀ ਸਾਨੂੰ ਕੋਈ ਫਰਕ ਨਹੀਂ ਪਿਆ। ਅਸੀਂ ਐਕਚੁਅਲੀ ਵੀ ਗੇਨ ਆਊਟ ਆਫ ਦਿਸ। ਹਾਂ, ਜੇ ਰੋਟੀ ਪਾਣੀ ਚੱਲਦਾ ਤੇ ਬੱਚਿਆਂ ਨੂੰ ਟਾਈਮ ਸਾਨੂੰ ਜ਼ਰੂਰ ਦੇਣਾ ਚਾਹੀਦਾ। ਤੇ ਜਿਹੜਾ ਬੱਚਿਆਂ ਦੀ ਪਾਲਣਾ ਪੋਸ਼ਣ ਦੇ ਵਿੱਚ ਬੇਸ਼ੱਕ ਉਹ ਆਊਟ ਨਹੀਂ ਗਏ, ਬਿਜ਼ਨਸ ਦੇ ਵਿੱਚ ਬਹੁਤੇ ਇਨਵੋਲਵ ਨਹੀਂ ਹੋਏ, ਪਰ ਬੱਚਿਆਂ ਨੂੰ ਆਪਣੇ ਕਲਚਰ ਪ੍ਰਤੀ, ਆਪਣੇ ਸੱਭਿਆਚਾਰ ਪ੍ਰਤੀ, ਆਪਣੀ ਬੋਲੀ ਪ੍ਰਤੀ, ਜਦੋਂ ਇੱਥੇ ਦੇ ਬੱਚੇ ਜੰਮੇ, ਤੁਹਾਡੀ ਪੰਜਾਬੀ ਲਿਖੀ 'ਚ ਗਲਤੀਆਂ ਕਰਦੇ ਨੇ, ਜੇ ਇੱਥੇ ਦੇ ਜੰਮੇ ਬੱਚੇ ਜਿਹੜੇ ਆ ਉਹਨਾਂ ਨੂੰ ਇੰਡੀਆ ਜਾਂਦੇ ਨੇ, ਉਹ ਟਰੱਕਾਂ ਦੇ ਮਗਰ ਸ਼ੇਰ ਲਿਖੇ ਉੱਚੀ ਉੱਚੀ ਪੜ੍ਹਦੇ ਨੇ, ਹੱਸਦੇ ਨੇ, ਸਾਨੂੰ ਲੱਗਦਾ ਹੁੰਦਾ ਵੀ ਇਹ ਸ਼ਾਇਦ ਸੁਖਵਿੰਦਰ ਦਾ ਘਰ ਹੋਣਾ ਤੇ ਉਹਦੀ ਐਫਰਟ ਜਿਹੜੀਆਂ ਸੀ। ਫਿਰ ਅੱਜ ਦੇ ਬੱਚਿਆਂ ਦਾ ਬਹੁਤ ਸਾਰੇ ਚੰਗੇ ਬੱਚੇ ਨੇ, ਪਰ ਨਾਈਟ ਕਲੱਬਾਂ ਦਾ, ਫਲਾਨੇ ਦਾ ਗਰੁੱਪ ਬਣ ਕੇ ਉਹ ਸਾਰਿਆਂ ਤੋਂ ਅਸੀਂ ਬਚ ਗਏ, ਕਿ ਅਸੀਂ ਆਪਣੇ ਆਪ ਨੂੰ ਪਰਿਵਾਰ ਦੇ ਵਿੱਚ ਹੀ ਸਮੇਟ ਲਿਆ। ਸੋ ਇੱਕ ਬਹੁਤ ਵੱਡੀ ਦੇਣ ਸੀਗੀ ਜਿਹੜੀ ਉਹਨਾਂ ਨੇ ਬਹੁਤ ਬਖੂਬ ਨਿਭਾਈ, ਤੇ ਮੈਂ ਆਪਣੇ ਬਿਜ਼ਨਸ ਪੁਆਇੰਟ ਵੀ ਤੋਂ ਆਪਣੀ ਡਿਊਟੀ ਨਿਭਾਈ, ਤੇ ਐਂਡ ਤੇ ਜਾ ਕੇ ਜੋ ਸੁਮੇਲ ਹੋਇਆ ਉਹ ਇੱਕ ਵਧੀਆ ਜ਼ਿੰਦਗੀ ਦਾ ਹੋਇਆ। ਅੱਛਾ, ਉਹ ਸੁੱਖੀ ਬਾਠ ਜਿਹੜੇ ਪੰਜਾਬ ਤੋਂ ਆਏ ਸੀਗੇ, ਚਾਹੇ ਵਿਜ਼ਿਟ ਕਰਨ ਆਏ ਸੀ, ਫਿਰ ਇੱਥੇ ਰਹਿ ਲਏ, ਤਾਂ ਕੈਨੇਡਾ ਦੇ ਵਿੱਚ ਜਿਹੜੇ ਕਹਿ ਸਕਦੇ ਮਿਨੀਮਮ ਸੈਲਰੀ ਤੋਂ ਸਟਾਰਟ ਕੀਤਾ, ਮਿਨੀਮਮ ਜੌਬਸ ਤੋਂ ਸਟਾਰਟ ਕੀਤਾ, ਸੋ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਸੀ ਜਦੋਂ ਇੱਕ ਵੱਖਰਾ ਕਲਚਰ ਛੱਡ ਕੇ ਇੱਕ ਵੱਖਰੇ ਕਲਚਰ ਦੇ ਵਿੱਚ ਆਉਣਾ ਸੀ? ਪੁੱਤਰ ਬਹੁਤ ਡਿਫਿਕਲਟੀ ਆ। ਇੱਕ ਵੈਸੇ ਮੈਂ ਸਦਾ ਹੀ ਬਹੁਤ ਵਾਰੀ ਇਹ ਗੱਲ ਕਹਿੰਦਾ ਹੁੰਦਾ, ਜਿਹੜਾ ਔਖੇ ਟਾਈਮ ਹੁੰਦੇ ਉਹ ਇਨਸਾਨ ਨੂੰ ਸਿਖਾਉਂਦਾ ਬਹੁਤ ਕੁਛ ਹੈ। ਮੈਂ ਪਹਿਲਾਂ ਦੱਸਿਆ ਮੇਰੀਆਂ 8 ਭੈਣਾਂ, ਤੇ ਸਾਮਾ ਸਿੱਕਾ, ਰੋਟੀ ਪਾਣੀ ਦਾ ਵੀ ਮਸਲਾ, ਉਹ ਸਾਡਾ ਮੇਨ ਸੀਗਾ ਵੀ ਕੁੜੀਆਂ ਅਸੀਂ ਵਿਆਹ ਲਈਏ, ਕੁੜੀਆਂ ਨੂੰ ਆਪਣੇ ਘਰੀ ਤੋਰ ਦਈਏ। ਤੇ ਮੈਂ ਅਰਲੀ ਵੀ ਸ਼ਾਇਦ ਆਪਾਂ ਥੋੜ੍ਹੀ ਵਾਰੀ ਕਿਤੇ ਗੱਲ ਕਰਦੇ ਸੀ ਵੀ ਮੈਨੂੰ ਸੋਫਾ ਅਸੀਂ 6 ਸਾਲ ਬਾਅਦ ਲਿਆ, ਅਸੀਂ ਮਤਲਬ ਬੈੱਡ ਅਸੀਂ 6 ਸਾਲ ਬਾਅਦ ਲਿਆ ਸਾਡੇ ਆਪਣੇ ਸੌਣ ਨੂੰ, ਕਿਉਂ ਸਾਡੇ ਜਿਹੜਾ ਗੋਲ ਸੀਗਾ ਉਹ ਆਪਣੀ ਫੈਮਿਲੀ ਨੂੰ ਸੈਟਲ ਕਰਨਾ ਸੀਗਾ, ਆਪਣੀਆਂ ਕੁੜੀਆਂ ਨੂੰ ਉਹਨਾਂ ਦੇ ਘਰੀ ਤੋਰਨਾ ਸੀਗਾ। ਤੇ ਉਹਦੇ ਵਿੱਚ ਨਵਾਂ ਮੁਲਕ, ਨਵੀਂ ਨੌਕਰੀ, ਨਵੀਂ ਬੋਲੀ, ਨਵਾਂ ਸੱਭਿਆਚਾਰ, ਫਿਰ ਰੇਸਿਜ਼ਮ ਜਿਹੜਾ ਉਹ ਸਭ ਤੋਂ ਵਰਸ ਪਾਰਟ। ਤੇ ਨਾਲ ਦੀ ਨਾਲ ਜਿਹੜਾ, ਪਰ ਇੱਥੇ ਇਹ ਵੀ ਆਪਾਂ ਨੂੰ ਜ਼ਿਕਰ ਕਰਨਾ ਚਾਹੀਦਾ ਵੀ ਜੇ ਹੌਸਲੇ ਬੁਲੰਦ ਨੇ, ਜੇ ਤੁਹਾਡੇ 'ਚ ਉਹ ਕਹਿੰਦੇ ਵੀ ਕਿਸੇ ਚੀਜ਼ ਨਾਲ, ਜੇ ਝਰਨੇ ਨਾਲ ਖਹਿ ਕੇ ਲੰਘਣ ਦੀ ਤੁਹਾਡੇ 'ਚ ਪਾਵਰ ਨਹੀਂ ਆ ਤਾਂ ਉਸ ਪਾਸੇ ਜਾਓ ਨਾ, ਨਹੀਂ ਤਾਂ ਕੁਛ ਨਾ ਕੁਛ ਤੇ ਕਰਨਾ ਪਊਗਾ। ਹੌਸਲੇ ਬੁਲੰਦ ਸਨ, ਔਰ ਬਹੁਤ ਵਧੀਆ ਇਸ ਮੁਲਕ ਦਾ ਮੈਂ ਬੜਾ ਰਿਣੀ ਹਾਂ, ਸਾਰੀ ਉਮਰ ਰਿਣੀ ਰਹਾਂਗਾ ਕਿ ਇਹਨਾਂ ਅਪਰਚੂਨਿਟੀਜ਼ ਬਹੁਤ ਦਿੱਤੀਆਂ। ਅੱਛਾ, ਕੋਈ ਇਹੋ ਜਿਹੀ ਯਾਦ, ਇਹੋ ਜਿਹੀ ਕੋਈ ਘਟਨਾ ਹੋਈ ਹੋਵੇ, ਜਾਂ ਕਿਸੇ ਨੇ ਕੋਈ ਪਰਸਨ ਮਿਲਿਆ ਹੋਵੇ ਜਿਹਨੇ ਤੁਹਾਨੂੰ ਕੁਛ ਪੋਜ਼ੀਟਿਵ ਮੈਸੇਜ ਦਿੱਤਾ ਹੋਵੇ, ਜਾਂ ਕੋਈ ਅਜਿਹੀ ਘਟਨਾ ਕਿ ਜਿਹਨੇ ਤੁਹਾਡੇ ਦਿਮਾਗ ਦੇ ਵਿੱਚ ਨੈਗੇਟਿਵਿਟੀ ਭਰ ਦਿੱਤੀ ਹੋਵੇ, ਜਿਹੜੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ? ਮੈਂ ਪੁੱਤਾ ਜਿਹੜੀ ਨੈਗੇਟਿਵਿਟੀ ਵਾਲੀ ਗੱਲ ਆ ਉਹ ਸੁੱਖੀ ਬਾਠ ਦੇ ਨੇੜੇ ਨੇ, ਜੇ ਕਿਸੇ ਨੇ ਭਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ ਤਾਂ ਸੁਣੀ ਨਹੀਂ, ਉਹ ਮੈਨੂੰ ਯਾਦ ਨਹੀਂ। ਹਾਂ, ਪੋਜ਼ਿਟਿਵਨੈਸ ਦੀ ਗੱਲ, ਇਹ ਵੀ ਸਾਡੇ ਲਈ ਇੱਕ ਪੋਜ਼ਿਟਿਵ ਮੈਸੇਜ ਹੈਗਾ ਕਿ ਜੇ ਕੋਈ ਤੁਹਾਡੇ ਤੱਕ ਨੈਗੇਟਿਵਿਟੀ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਦਾ ਨਾ, ਉਹਨੂੰ ਵੀ ਪੋਜ਼ਿਟਿਵਿਟੀ ਦੇ ਵਿੱਚ ਬਦਲ ਲਓ। ਇੰਨਾ ਕੁ ਪੋਜ਼ਿਟਿਵ ਹੋ ਜਾਓ ਕਿ ਲਾਈਫ ਦੇ ਵਿੱਚ ਤੁਹਾਨੂੰ ਨੈਗੇਟਿਵ ਗੱਲਾਂ ਜਿਹੜੀਆਂ ਲੱਗਣ ਹੀ ਨਾ, ਅਸਰ ਹੀ ਨਾ ਕਰਨ, ਅਸਰ ਨਾ ਹੋਏ। ਇਸ ਤਰ੍ਹਾਂ ਮੈਂ ਨਹੀਂ, ਵੈਸੇ ਮੈਂ ਇੱਕ ਇਦਾਂ ਦਾ ਬੰਦਾ ਆ, ਡੋਲ ਤੁਰਨ ਵਾਲਾ, ਆਪਣੀ ਮਰਜ਼ੀ ਨਾਲ ਤੁਰਨ ਵਾਲਾ, ਕਿ ਮੈਂ ਦੇਖਦਾ ਨਹੀਂ। ਹਾਂ, ਇੱਕ ਜ਼ਰੂਰ ਹੈ, ਮੈਂ ਵੈਸੇ ਆਮ ਹੈਪੀ ਟੂ ਨੇਮ ਈਵਨ ਦਾ ਪਰਸਨ ਸੁੱਚਾ ਸਿੰਘ ਕਲੇਰ, ਸਾਡੇ ਬਹੁਤ ਮਹਾਨ ਸਾਡੀ ਕਮਿਊਨਿਟੀ 'ਚ ਬੰਦੇ ਨੇ, ਬੜਾ ਕੰਮ ਕੀਤਾ ਸੋਸ਼ਲ ਵਰਕ ਉਹਨੇ। ਉਹਨਾਂ ਦਿਨਾਂ ਦੇ ਵਿੱਚ ਕੁਛ ਸਾਨੂੰ ਇੱਦਾਂ ਜੋਬਾਂ ਆਫਰ ਆ ਰਹੀਆਂ ਸੀ ਆਊਟ ਆਫ ਟਾਊਨ, ਮਿਲ ਦੇ ਵਿੱਚ ਬੜੀ ਵਧੀਆ ਜੋਬ ਗਿਣੀ ਜਾਂਦੀ ਸੀ। ਉਹਨਾਂ ਦੀਆਂ ਸਲਾਹਾਂ ਲਈਆਂ ਤੇ ਉਹਨਾਂ ਨੇ ਇੱਕ ਸਾਨੂੰ ਸੁਨੇਹਾ ਦਿੱਤੀ ਸੀ, ਸਾਨੂੰ ਸਲਾਹ
ਵੀ ਵਧੀਆ ਅੱਜ ਸਾਨੂੰ ਜੌਬ ਉੱਥੇ ਛੋਟੇ ਟਾਊਨ 'ਚ ਮਿਲ ਜਾਣੀ ਆ, ਬਾਅਦ 'ਚ ਬੱਚੇ ਯੂਨੀਵਰਸਿਟੀਆਂ 'ਚ ਕਿੱਦਾਂ ਪੜ੍ਹਾਓਗੇ, ਬਾਅਦ 'ਚ ਤਰੱਕੀਆਂ ਕਿੱਦਾਂ ਕਰੋਗੇ। ਮੇਰੀ ਮੰਨੋ ਉੱਥੇ $16 ਦੀ ਜੌਬ ਆ ਤੇ ਇੱਥੇ 2 ਵਾਲੀ ਆ ਤੇ ਇੱਕੋ ਗੱਲ ਹੀ ਆ, ਤੁਸੀਂ ਇੱਥੇ ਰਹੋ। ਤੇ ਅਸੀਂ ਇੱਥੇ ਟਿਕ ਗਏ। ਤੇ ਮੈਂ ਅੱਜ ਵੀ ਉਸ ਗੱਲ ਨੂੰ ਉਹਨਾਂ ਨੂੰ ਜਦੋਂ ਵੀ ਮਿਲਦਾ ਉਹਨਾਂ ਨੂੰ ਸਲਾਮ ਕਰਦਾ ਕਿ ਮੈਨੂੰ ਇੰਨੀ ਨੇਕ ਸਲਾਹ ਦਿੱਤੀ ਸੀ। ਜੇ ਮੈਂ ਉੱਥੇ ਹੁੰਦਾ, ਹਾਂ ਠੀਕ ਹੈ ਉੱਥੇ ਕੋਈ ਨਥਿੰਗ ਰੋਂਗ ਵਿਦ ਇਟ, ਪਰ ਸ਼ਾਇਦ ਮੈਂ ਬਿਜ਼ਨਸ ਮਾਈਂਡਡ ਹੋਣ ਕਰਕੇ ਇਸ ਲੈਵਲ ਤੇ ਨਾ ਪਹੁੰਚਦਾ ਕਿਸੇ ਛੋਟੇ ਟਾਊਨ 'ਚ ਰਹਿ ਕੇ। ਉਹ ਮੇਰੀ ਜ਼ਿੰਦਗੀ ਦਾ ਇੱਕ ਮਤਲਬ ਕਿਸੇ ਨੇ ਮੈਨੂੰ ਇੰਨੀ ਵਧੀਆ ਗਿਫਟ ਦਿੱਤਾ ਆ ਜਿਹੜਾ ਕਿ ਮੇਰੀ ਸਾਰੀ ਉਮਰ ਮੇਰੇ ਕੋਲ ਰਹਿਣਾ। ਤਰੱਕੀ ਕਰਨ ਦਾ ਹਮੇਸ਼ਾ ਸੋਚਣਾ ਚਾਹੀਦਾ, ਇਹ ਨਹੀਂ ਕਿ ਅਸੀਂ ਜਿੱਥੇ ਹੈਗੇ ਅਸੀਂ ਉੱਥੇ ਹੀ ਠੀਕ ਹੈਗੇ ਹਾਂ। ਉਹ ਵੀ ਵਧੀਆ ਗੱਲ ਹੈ ਜੇ ਤੁਸੀਂ ਸੋਚਦੇ ਆ, ਪਰ ਹਮੇਸ਼ਾ ਜਦੋਂ ਤਰੱਕੀ ਕਰਦੇ ਆ ਤੁਸੀਂ ਨਹੀਂ ਤਰੱਕੀ ਕਰਦੇ, ਤੁਹਾਡੀ ਕਮਿਊਨਿਟੀ ਵੀ ਤੁਹਾਡੇ ਨਾਲ ਤਰੱਕੀ ਕਰਦੀ ਹੈ, ਤੁਸੀਂ ਆਪਣੀ ਕਮਿਊਨਿਟੀ ਦਾ ਵੀ ਨਾਂ ਉਨਾ ਹੀ ਰੋਸ਼ਨ ਕਰਦੇ ਆ। ਪਰ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਮੈਂ ਦੇਖਿਆ ਕਿ ਅਸੀਂ ਸ਼ਾਰਟਕਟ ਹਮੇਸ਼ਾ ਭਾਲਦੇ ਹਾਂ। ਅਸੀਂ ਕਹਿੰਦੇ ਹਾਂ ਕਿ ਸਾਨੂੰ ਦਿਨੋਂ ਦਿਨ ਅਸੀਂ ਜਿਹੜੇ ਆ ਰਾਜੇ ਮਹਾਰਾਜੇ ਹੋ ਜਾਈਏ, ਜਾਂ ਅਸੀਂ ਦਿਨੋਂ ਦਿਨ ਕੰਪਨੀਆਂ ਖੋਲ ਲਈਏ ਤੇ ਅਸੀਂ ਜਿਹੜਾ ਦਿਨੋਂ ਦਿਨ ਰਾਤੋਂ ਰਾਤ ਸਾਨੂੰ ਜਿਹੜਾ ਹੈ ਕੋਈ ਵੀ ਇੱਦਾਂ ਹੈ ਕਿ ਵੱਡਾ ਨਾਮ ਹੋ ਜਾਏ, ਸਾਡੀ ਜਾਣ ਪਛਾਣ ਹੋ ਜਾਏ। ਪਰ ਤੁਸੀਂ ਜਿਹੜਾ ਇੰਨਾ ਲੰਮਾ ਸਫ਼ਰ ਸਾਨੂੰ ਗਿਣਾਇਆ ਕਿ ਬਹੁਤ ਸਟਰਗਲ ਵੀ ਕਰਨਾ ਪਿਆ, ਸੰਘਰਸ਼ ਵੀ ਕਰਨਾ ਪਿਆ, ਨੈਗੇਟਿਵਿਟੀ ਕੋਲ ਆਈ ਅਸੀਂ ਉਹ ਕੋਲ ਨਹੀਂ ਆਉਣ ਦਿੱਤੀ, ਪੋਜ਼ਿਟਿਵ ਹੋ ਕੇ ਚੱਲੇ ਆ ਤਾਂ ਹੀ ਸਾਨੂੰ ਤਰੱਕੀ ਜਿਹੜੀ ਉਹ ਮਿਲੀ ਹੈ। ਪਰ ਉਹਨਾਂ ਦੇ ਲਈ ਕਿਹੜਾ ਸੁਨੇਹਾ ਹੋਊਗਾ ਜਿਹੜੇ ਕਹਿੰਦੇ ਆ ਕਿ ਅਸੀਂ ਤਰੱਕੀ ਤਾਂ ਕਰਨੀ ਹੈ ਪਰ ਅਸੀਂ ਮਿਹਨਤ ਨਹੀਂ ਕਰਨੀ? ਪੁੱਤਰ ਇੱਕ ਸਿੰਪਲ ਜਿਹਾ ਤਰੀਕਾ, ਮੈਂ 1979 ਦੇ ਵਿੱਚ ਆਇਆ ਤੇ 91 ਦੇ ਵਿੱਚ ਪਹਿਲੀ ਵਾਰੀ ਇੰਡੀਆ ਨੂੰ ਬੱਚੇ ਲੈ ਕੇ ਗਿਆ। ਅੱਛਾ ਜੀ। 79 ਤੋਂ ਲੈ ਕੇ 91 ਤੱਕ 7 days 18 hours a day, ਵਾਓ, no day off, ਪੱਕਾ। ਸੋ ਇਹ ਜਿਹੜਾ ਹਾਰਡ ਵਰਕ ਹੈ ਤੁਹਾਨੂੰ ਆਲਵੇਜ਼ ਤੁਹਾਨੂੰ ਪੇ ਆਫ ਕਰਦਾ ਆ। ਪਰ ਨਾਲ ਦੀ ਨਾਲ ਅਰਸ਼ ਜਿਹੜਾ ਜ਼ਿੰਦਗੀ ਦੇ ਇੱਕ ਹਲਾਰੇ ਦੇ ਵਿੱਚ ਇਹ ਬਹੁਤ ਚੀਜ਼ਾਂ ਦਾ ਇੱਕ ਹਲਾਰਾ ਆ। ਇਹ ਇੱਕ ਦੂਏ ਦੀ ਬਾਂਹ ਫੜ ਕੇ ਇੱਕ ਦੂਏ ਨੂੰ ਮਾੜਾ ਜਿਹਾ ਇਨਕਰੇਜ ਕਰਕੇ ਉਹਨੂੰ ਗਾਂਹ ਦੇ ਪੌਡੇ 'ਤੇ ਲੈ ਜਾਣਾ, ਜਾਂ ਇਹ ਦੁਨਿਆਵੀ ਜ਼ਿੰਦਗੀ ਦੇ ਵਿੱਚ ਸਾਲ 2 ਸਾਲ ਬਾਅਦ ਪੌਡਾ ਚੜ੍ਹਦੇ ਰਹਿਣਾ। ਕਿਉਂ ਮੈਂ ਇੱਥੇ ਆਪਣੇ ਟਾਈਮ ਦੀ ਸ਼ਾਇਦ ਸ਼ਾਰਟੇਜ, ਮੈਂ ਇੱਕ ਛੋਟੀ ਜਿਹੀ ਗੱਲ ਨਾਲ ਨਿਬੇੜ ਦੇਣਾ। ਮੈਂ ਬਹੁਤ ਵਾਰੀ ਬਹੁਤ ਪ੍ਰੋਗਰਾਮ 'ਤੇ ਰਿਕੁਐਸਟ ਕਰਦਾ ਹੁੰਦਾ ਜਿਹੜੇ ਨਵੇਂ ਵੀ ਸਾਡੇ ਦੇਸ਼ ਤੋਂ ਆਏ ਨਾ, ਆਉਂਦਿਆਂ ਨੂੰ ਜਿੱਥੇ ਕੰਮ ਮਿਲਦਾ ਕਰ ਲਓ, ਪਰ ਇੱਦਾਂ ਨਾ ਹੋ ਜਾਓ ਵੀ ਕਿਤੇ ਥੋੜ੍ਹੀ ਰੀਜ਼ਨੇਬਲ ਜਿਹੀ ਜੋਬ ਮਿਲ ਗਈ ਤਾਂ ਤੁਸੀਂ ਉਹਨੂੰ ਉੱਥੇ ਆਪਣੇ ਆਪ ਨੂੰ ਘਰ ਲੈ ਲਿਆ, ਸੈਟਲ ਜਿਹਾ ਹੋ ਗਏ ਅਤੇ ਕੰਫਰਟੇਬਲ ਹੋ ਗਏ, ਫਿਰ ਤੁਸੀਂ ਉੱਥੇ ਰਹਿ ਜਾਣਾ। ਬਦਰ ਮੇਰੇ ਬਹੁਤ ਸਾਰੇ ਫਰੈਂਡ ਨੇ, ਜਦੋਂ ਮੈਂ ਟੈਕਸੀ ਚਲਾਈ ਆ 81 ਤੱਕ ਜੀ, ਉਹ ਮੇਰੇ ਬਹੁਤ ਅੱਜ ਵੀ ਮੇਰੇ ਅੱਛੇ ਦੋਸਤ ਨੇ। ਚਲੋ ਮੈਂ ਨਾਂ ਨਹੀਂ ਲੈਂਦਾ, ਮੈਂ ਤਾਂ ਲੈ ਵੀ ਸਕਦਾ ਨਾ, ਉਹ ਇੰਨੇ ਮੇਰੇ ਨੇੜੇ ਨੇ, ਉਹ ਅੱਜ ਵੀ ਟੈਕਸੀ ਚਲਾਈ ਜਾ ਰਹੇ ਨੇ। ਟੈਕਸੀ ਕੋਈ ਨਥਿੰਗ ਰੋਂਗ ਵਿਦ ਦੈਟ ਜੌਬ, ਮੈਂ ਤਾਂ ਬਹੁਤ ਇੰਜੋਏ ਕੀਤਾ ਉਹਦਾ ਜੀ। ਪਰ ਉਹਨਾਂ ਦਾ ਕੁਝ ਫਰਜ਼ ਬਣਦਾ ਸੀਗਾ ਉਸ ਪੌੜੀ ਤੇ, ਦੁਨਿਆਵੀ ਪੌੜੀ ਤੇ 1-2 ਪੌੜੇ ਚੜ੍ਹ ਕੇ ਆਪਣੇ ਆਪ ਨੂੰ ਐਜੂਕੇਟ ਕਰੋ ਥੋੜ੍ਹਾ ਬੜਾ, ਆਲੇ ਦੁਆਲੇ ਅਪਰਚੂਨਿਟੀ ਨੂੰ ਲੱਭੋ ਜਿੱਥੇ ਤੁਹਾਨੂੰ ਅਪਰਚੂਨਿਟੀ ਮਿਲਦੀ ਆ, ਔਰ ਲਰਨ ਕਰੋ। ਅਸੀਂ ਸੁੱਖੀਵਾੜ ਹਰੇਕ ਕੁਝ ਕੋਲੋਂ ਲੈ ਕੇ ਤੇ ਨਹੀਂ ਆਇਆ, ਇਹ ਵੀ ਤਾਂ ਦੇਖ ਕੇ ਕਿਤੇ ਉਹ ਸਿੱਖਿਆ, ਰਾਈਟ। ਕਾਪੀ ਸਮਬਡੀ, ਜਿਹੜਾ ਵਧੀਆ ਕਰ ਰਿਹਾ ਉਹਦੀ ਕਾਪੀ ਕਰਨ 'ਚ ਕੀ ਹਰਜ ਹੈ, ਨਥਿੰਗ ਰੋਂਗ ਵਿਦ ਇਟ। ਸੋ ਇਹ ਜਿਹੜਾ ਇੱਕ ਮੈਂ ਅਕਸਰ ਹੀ ਕਹਿੰਦਾ ਹੁੰਦਾ ਖਾਸ ਕਰ ਯੂਥ ਨੂੰ ਵੀ ਜਿੱਥੇ ਤੁਸੀਂ ਆਏ ਆ ਉੱਥੇ ਹੀ ਕੰਫਰਟੇਬਲ ਨਹੀਂ ਹੋ ਜਾਣਾ। ਮੈਂ ਤਾਂ ਇੱਥੋਂ ਦਾ ਵੀ ਮਤਲਬ ਹੁਣ TV 'ਤੇ ਕਹਿ ਰਿਹਾ, ਸਾਡੇ ਇੱਕ ਬਹੁਤ ਵਧੀਆ ਹੋਸਟ ਅਰਸ਼ਦੀਪ ਆ, ਮੈਂ ਤਾਂ ਉਹਨੂੰ ਹਰੇਕ ਵਾਰੀ ਮਿਲਦਾ ਤੇ ਉਹਨੂੰ ਇਹ ਗੱਲ ਕਹਿਣਾ, ਪੁੱਤਰ ਤੇਰੇ ਤੋਂ ਮੈਨੂੰ ਆਸਾਂ ਬਹੁਤ ਨੇ ਜੀ, ਰਾਈਟ। ਸੋ ਉਹਦਾ ਮਤਲਬ ਹੀ ਹੈ ਵੀ ਤੇਰੀ ਦੁਨਿਆਵੀ ਜਿਹੜੀ ਜ਼ਿੰਦਗੀ ਹੈ, ਜਿਹ 'ਚ ਕੰਮ ਵੀ ਆਉਣਾ, ਤੇਰਾ ਪਰਿਵਾਰ ਵੀ ਆਉਣਾ, ਉਹਦੇ ਤੈਂ ਪੌਡੇ ਚੜ੍ਹਨੇ ਹੀ ਚੜ੍ਹਨੇ ਆ। ਉਹ ਪੌਡੇ ਚੜ੍ਹਨੇ ਹੋਣੇ, ਐਜੂਕੇਟ ਕਰੋ ਆਪਣੇ ਆਪ ਨੂੰ, ਨੌਲੇਜਬਲ ਬਣਾਓ, ਪਬਲਿਕ ਵਿੱਚ ਵਿਚਰਨ ਜੋਗੇ ਕਰੋ, 2 ਲਫ਼ਜ਼ ਵਧੀਆ ਸਿੱਖੋ, ਮੁਹੱਬਤ ਪੈਦਾ ਕਰੋ। ਸੋ ਥੀਸ ਕਾਈਂਡ ਆਫ ਥਿੰਗਸ ਆਈ ਥਿੰਕ ਆਈ ਨੋ। ਮੈਂ ਵੀ ਇੱਥੇ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਸੱਚੀ ਗੱਲ ਹੈ ਕਿ ਤੁਸੀਂ ਜਦੋਂ ਵੀ ਮਿਲਦੇ ਆ ਇਨਕਰੇਜ ਕਰਦੇ ਆ। ਇਨਕਰੇਜਮੈਂਟ ਲਾਈਫ ਦੇ ਵਿੱਚ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈਗੀ ਆ ਕਿ ਜੇ ਕੋਈ ਤੁਹਾਨੂੰ ਇਨਕਰੇਜ ਕਰਦਾ ਤੁਸੀਂ ਵੀ ਆਪਣਾ ਬੈਸਟ ਦੇਣ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਪਰ ਸੁੱਖੀ ਭਾਰਤ ਜੇ ਮੋਟਰਸ ਦੀ ਗੱਲ ਕਰੀਏ ਤੇ ਸੁੱਖੀ ਭਾਰਤ ਮੋਟਰਸ ਪਹਿਲਾਂ ਨਹੀਂ ਸੀ, ਉਸ ਤੋਂ ਪਹਿਲਾਂ ਸੁੱਖੀ ਭਾਰਤ ਨੇ ਟੈਕਸੀ ਵੀ ਚਲਾਈ ਹੈ, ਸੁੱਖੀ ਭਾਰਤ ਨੇ ਫਾਰਮ 'ਚ ਵੀ ਕੰਮ ਕੀਤਾ, ਟਰੈਕਟਰ ਚਲਾਇਆ ਗੋਰਿਆਂ ਦੇ ਫਾਰਮ 'ਚ, ਬਹੁਤ ਜਿਹੜੇ ਕੰਮ ਜਿਹੜੇ ਕੀਤੇ ਨੇ। ਪਰ ਜਿਹੜਾ ਸੁੱਖੀ ਭਾਰਤ ਮੋਟਰਸ ਤੱਕ ਦਾ ਸਫ਼ਰ ਹੈ ਉਹ ਵੀ ਤੁਹਾਡੇ ਨਾਲ ਜਿਹੜਾ ਜ਼ਰੂਰ ਅਸੀਂ ਉਹਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹਾਂ। ਪਰ ਹੁਣ ਜਿਹੜਾ ਆ ਉਹ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਫਿਰ ਤੋਂ ਬੈਕਯਾਰਡ ਦੇ ਵਿੱਚ ਇੰਜੋਏ ਕੀਤਾ ਜਾਵੇ, ਦੇਖਿਆ ਜਾਵੇ, ਤਾਂ ਵਿਜ਼ਿਟ ਕੀਤਾ ਜਾਵੇ, ਤੇ ਨਾਲ ਫਿਰ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਇਸੇ ਤਰ੍ਹਾਂ ਕਰਦੇ ਰਹਾਂਗੇ। ਬਿਲਕੁਲ ਸੁੱਖੀ ਭਾਰਤ ਜੀ ਦੇ ਨਾਲ ਅੱਜ ਗੱਲਬਾਤ ਹੋ ਰਹੀ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਦਾ ਸਫ਼ਰ ਜਿਹੜਾ ਹੈ ਇਸੇ ਤਰ੍ਹਾਂ ਜਾਰੀ ਰਹੇਗਾ। ਡੈਡੀ
very supportive ਆ ਸਾਡੇ ਜੇ ਸਾਨੂੰ ਕੋਈ ਵੀ ਮਦਦ ਦੀ ਲੋੜ ਆ ਕੋਈ ਐਡਵਾਈਸ ਦੀ ਲੋੜ ਆ ਅਸੀਂ ਹੋਰ ਕਿਸੇ ਕੋਲ ਨਹੀਂ ਜਾਂਦੇ ਹਾਂ ਅਸੀਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਸਾਡੇ ਨਿਆਣਿਆਂ ਦੇ ਨਾਲ ਉਹ ਜਿੱਦਾਂ ਕਿ ਇਨ-ਲॉज ਹੈ ਨਾ ਟਾਈਮ ਕਹਿੰਦੇ ਕਿ ਅਸੀਂ ਨਾ ਕੀ ਵਧਾਉਣਾ ਇੱਦਾਂ ਹੀ ਅਸੀਂ ਕਰਨਾ ਆ ਉਹਨਾਂ ਨੇ ਕਦੇ ਨਹੀਂ ਕਿਹਾ ਉਹ ਉਹਨਾਂ ਮੇਰੀ ਸਾਰੀ ਹੈਲਪ ਕਰਦੇ ਹਨ help with ਖਾਣੇ ਦੀ ਸਕੂਲ ਛੱਡਣ ਨੂੰ ਚੁੱਕਣ ਨੂੰ ਨਿਆਣਿਆਂ ਨੂੰ ਖੇਡਣ ਦੀ ਇੱਦਾਂ ਨਹੀਂ ਕਰਦੇ ਕਿ ਨਹੀਂ ਸਾਡੀ ਤਾਂ ਹੁਣ ਉਮਰ ਹੋ ਗਈ ਹੈ he is very energetic he's very helpful very very positive ਸਫਰਨਾਮਾ ਜਰਨੀ ਆਫ ਦੋਜ਼ ਹੂ ਮੇਡ ਇਟ ਤੇ ਅੱਜ ਦਾ ਸਫਰ ਮਿਸਟਰ ਸੁਖੀਬਾਦ ਦੇ ਨਾਲ ਉਹਨਾਂ ਦੇ ਘਰ ਨੂੰ ਜਾਣਿਆ ਉਹਨਾਂ ਦੇ ਘਰੇ ਗਏ ਤੇ ਹੁਣ ਆਏ ਆ ਅਸੀਂ ਸੁਖੀਬਾਦ ਮੋਟਰਸ ਦੇ ਉੱਤੇ ਸੋ ਆਓ ਇਹਨਾਂ ਦੇ ਬਿਜ਼ਨਸ ਦੇ ਬਾਰੇ ਵੀ ਜਾਣਦੇ ਹਾਂ ਸਫਰਨਾਮਾ ਜਰਨੀ ਆਫ ਦੋਜ਼ ਹੂ ਮੇਡ ਇਟ ਤੇ ਅੱਜ ਹੁਣ ਅਸੀਂ ਆ ਗਏ ਹਾਂ ਸੁਖੀਬਾਦ ਮੋਟਰਸ ਸੋ ਬਾਰ ਸਾਹਿਬ ਤੁਹਾਡੇ ਘਰ ਗਏ ਸੀਗੇ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਸੁਖੀਬਾਦ ਮੋਟਰਸ ਸੋ ਸੁਖੀਬਾਦ ਮੋਟਰਸ ਦਾ ਸਫ਼ਰ ਕਦੋਂ ਸ਼ੁਰੂ ਹੋਇਆ ਸੀ ਪੁੱਤਰ ਜਿਹੜੀ ਆ ਫਸਟ ਆਫ ਆਲ ਤੇ ਜਿਹੜਾ ਉੱਪਰ ਵਾਲਾ ਆ ਉਹਦੀਆਂ ਜਿਹੜੀਆਂ ਬਲੈਸਿੰਗਸ ਆ ਉਹਦੀਆਂ ਦੁਆਵਾਂ ਨੇ ਉਹਦਾ ਮਿਹਰ ਭਰਿਆ ਹੱਥ ਸਿਰ ਤੇ ਪਹਿਲਾਂ ਤਾਂ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਨੈਚੁਰਲੀ ਆਮ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਸਾਰੇ ਲੋਕ ਆਉਂਦੇ ਹਾਂ ਕੈਨੇਡਾ ਦੇ ਵਿੱਚ ਛੋਟੀ ਜੋਬ ਤੋਂ ਮੈਂ ਵੀ ਫਾਰਮ ਦੇ ਵਿੱਚ ਮਸ਼ਰੂਮ ਫਾਰਮ 'ਚ ਟੈਕਸੀ ਚਲਾ ਛੋਟੇ ਮੋਟੇ ਕਈ ਇੱਦਾਂ ਦੇ ਕੰਮ ਕਾਰ ਕਰਦਿਆਂ ਕਰਾਉਂਦੇ ਹਾਂ 81 ਦੇ ਵਿੱਚ ਮੈਂ ਇੱਕ ਚਾਹਿਆ ਕਿ ਕਿਤੇ ਮੈਂ ਦਫ਼ਤਰ 'ਚ ਬਹਿ ਕੇ ਕੋਈ ਜੋਬ ਲੱਭਾਂ ਜੀ ਜੀ ਤੇ ਮੈਂ ਮੇਰੇ ਬਸ ਕਰਮ ਜਾਂਗੇ ਸੀ ਫਿਰ ਮੈਂ ਪਹਿਲੀ ਡੀਲਰਸ਼ਿਪ 'ਤੇ ਚਲਾ ਗਿਆ ਨਿਊ ਵੈਸਟਮਿੰਸਟਰ ਦੇ ਵਿੱਚ ਫੋਰਡ ਦੀ ਡੀਲਰਸ ਹੁੰਦੀ ਸੀ ਤੇ ਉਹਨਾਂ ਨੇ ਨਾਟ ਓਨਲੀ ਪੇ ਮੈਨੂੰ ਜੋਬ ਆਫਰ ਕਰਤੀ ਪਰ ਮੈਨੂੰ ਉਹ ਕਹਿੰਦੇ ਵੀ ਅੱਜ ਆਫਟਰਨੂਨ ਵਾਲੀ ਸ਼ਿਫਟ ਵੀ ਤੂੰ ਕੰਮ ਕਰਕੇ ਫਿਰ ਘਰ ਨੂੰ ਜਾਈਂ ਸੋ ਦੈਟਸ ਵੇਅਰ ਆਈ ਸਟਾਰਟਡ ਮੇਰੀ ਜਿਹੜੀ ਜਰਨੀ ਕਾਰਾਂ ਦੇ ਬਿਜ਼ਨਸ ਅੱਛਾ ਕਾਰਾਂ ਦਾ ਸ਼ੌਂਕ ਸੀਗਾ ਕਿ ਕਾਰਾਂ ਦਾ ਉਦਾਂ ਹੀ ਜਿਵੇਂ ਆਫਿਸ ਜੌਬ ਚਾਹੀਦੀ ਸੀ ਨਹੀਂ ਪੁੱਤਰ ਜਿਹੜਾ ਇਹ ਅੱਗੇ ਵੀ ਬਹੁਤ ਵਾਰੀ ਕੁਐਸਚਨ ਮਿਲਿਆ ਮੈਨੂੰ ਇਹਦਾ ਅਸਲ 'ਚ ਮੇਰੀ ਮਜਬੂਰੀ ਹੀ ਸੀ ਮੈਂ ਇੱਕ ਜੌਬ ਹੀ ਲੱਭਦਾ ਸੀ ਜੇ ਸ਼ੌਂਕ ਵਾਲੀ ਗੱਲ ਜਿਹੜੀ ਸੀ ਜੋ ਮੇਰੇ ਇੱਥੇ ਆਉਣ ਤੋਂ ਪਹਿਲਾਂ ਘਰ ਦੇ ਵਿੱਚ ਹਾਲਾਤ ਸੀਗੇ ਕਾਰ ਰੱਖਣੀ ਤਾਂ ਦੂਰ ਦੀ ਗੱਲ ਕਾਰ ਦੇ ਵਿੱਚ ਬਹਿਣਾ ਵੀ ਦੂਰ ਦੀ ਗੱਲ ਕਾਰ ਨੂੰ ਟੱਚ ਵੀ ਨਹੀਂ ਮੈਂ ਤਾਂ ਜ਼ਿੰਦਗੀ 'ਚ ਕੀਤਾ ਸੀ ਅਤੇ ਕੈਨੇਡਾ ਵਿੱਚ ਆ ਕੇ ਫਾਰਮ ਦੇ ਵਿੱਚ ਜਿੱਦਾਂ ਨਵੇਂ ਆਉਂਦੇ ਬੜੀ ਹੈਡਿੰਗਸ ਹੋ ਜਾਂਦੀਆਂ ਉਹਦੇ ਵਿੱਚ ਜਨਰਲ ਮੋਟਰ ਕੀ ਹੁੰਦੀ ਆ ਫੋਰਡ ਕੀ ਆ ਕ੍ਰਾਈਸਲਰ ਕੀ ਆ ਆਈ ਹੈਵ ਨੋ ਨੌਲੇਜ ਅਬਾਊਟ ਇਟ ਤਾਂ ਮੇਰੇ ਉਹੀ ਸੀਗਾ ਵੀ ਮੈਂ ਅੱਜ ਫਿਰ ਕਹਿੰਦਾ ਆਪਾਂ ਪੰਜਾਬ ਭਵਨ ਵੀ ਸਥਾਪਿਤ ਕੀਤਾ 81 ਦੇ ਵਿੱਚ ਮੈਨੂੰ ਜੋਬ ਇਸ ਕਰਕੇ ਮਿਲੀ ਗਈ ਸੀ ਕਿ ਮੈਂ ਇੰਗਲਿਸ਼ ਵੀ ਬੋਲ ਲੈਣਾ ਤੇ ਮੈਨੂੰ ਪੰਜਾਬੀ ਵੀ ਆਉਂਦੀ ਹੈ ਉਹ ਕਹਿੰਦੇ ਸੀ ਸਾਡੇ ਕੋਲ ਪੰਜਾਬੀ ਆਉਂਦੇ ਬਹੁਤ ਹੈ ਸਾਡੇ ਕੋਲ ਬਿਜ਼ਨਸ ਨਹੀਂ ਕਰਦੇ ਉਹ ਸਾਨੂੰ ਅੰਡਰਸਟੈਂਡ ਨਹੀਂ ਕਰਦੇ ਔਰ ਲੱਕਲੀ ਝਲਮਣ ਸਿੰਘ ਕੂਨਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਵੀ ਹੈਗੇ ਨੇ ਸਾਡੇ 'ਚ ਮੇਰੇ ਫਸਟ ਕਲਾਇੰਟ ਪਹਿਲੇ ਦਿਨ ਜਿਸ ਦਿਨ ਮੈਨੂੰ ਜੋਬ ਮਿਲੀ ਪਹਿਲੇ ਦਿਨ ਉਹ ਆਏ ਉਹਨੇ ਕਾਰ ਦੀ ਲੋੜ ਸੀ ਕਾਰ ਲੈ ਲਈ ਉਹਨੇ ਵੀ ਪੰਜਾਬੀ 'ਚ ਗੱਲਬਾਤ ਕਰਕੇ ਮੇਰੇ ਨਾਲ ਬੜੇ ਖੁਸ਼ ਹੋਏ ਸੋ ਉਹ ਮੇਰੇ ਫਸਟ ਕਲਾਇੰਟ ਸਨ
ਸੋ ਇੱਥੋਂ ਇਹ ਜਿਹੜਾ ਕਾਰਾਂ ਦਾ ਸਫ਼ਰ ਸ਼ੁਰੂ ਹੋਇਆ। ਵੈਸੇ ਇੱਕ ਵਧੀਆ ਰੁਜ਼ਗਾਰ ਦੀ ਭਾਲ ਵਿੱਚ ਮੈਂ ਕਾਰਾਂ ਦੇ ਬਿਜ਼ਨਸ ਪੈ ਗਿਆ। ਅੱਛਾ, ਡੀਲਰਸ਼ਿਪ ਦੇ ਵਿੱਚ ਤੁਸੀਂ ਕੰਮ ਕੀਤਾ, ਉੱਥੇ ਐਕਸਪੀਰੀਅੰਸ ਲਿਆ ਤੇ ਉਸ ਤੋਂ ਬਾਅਦ ਫਿਰ ਆਪਣਾ ਬਿਜ਼ਨਸ। ਸੋ ਉਹ ਵੀ ਬਹੁਤ ਜ਼ਿਆਦਾ ਤੁਹਾਨੂੰ ਗੱਟ ਚਾਹੀਦਾ ਹੁੰਦਾ ਆ ਆਪਣਾ ਕੋਈ ਕੰਮ ਖੋਲ੍ਹਣ ਦੇ ਲਈ, ਕਿਉਂਕਿ ਇਹਦੇ ਵਿੱਚ ਤੁਸੀਂ ਰਿਸਕ ਵੀ ਲੈਂਦੇ ਹੋ ਤੇ ਇਹਦੇ ਲਈ ਤੁਹਾਡੇ ਲਈ ਮੌਕੇ ਹੈਗੇ ਆ, ਤੁਸੀਂ ਅੱਗੇ ਤਰੱਕੀ ਕਰਦੇ ਹੋ, ਪਰ ਇੱਕ ਵਾਰ ਰਿਸਕ ਜਿਹੜਾ ਉਹ ਦਿਮਾਗ ਦੇ ਵਿੱਚ ਆਉਂਦਾ ਹੈ। ਪੁੱਤਰ ਉਹਦਾ ਵੈਸੇ ਸ਼ਾਇਦ ਆਪਾਂ ਘਰ ਵੀ ਇਹ ਗੱਲ ਕਰਦੇ ਸੀ ਕਿ ਵੀ ਸਾਨੂੰ ਜਿਹੜੀ ਦੁਨਿਆਵੀ ਪੌੜੀ ਇਹਦੇ ਪੌੜੇ ਚੜ੍ਹਨੇ ਪੈਣੇ ਆ, ਚੜ੍ਹਨੇ ਚਾਹੀਦੇ ਆ। ਇਸ ਤਰ੍ਹਾਂ ਹੀ ਮੈਂ ਜਦੋਂ ਉਹਨੂੰ ਮੈਨੂੰ ਸ਼ੁਰੂ ਕੀਤਾ, ਉਹਦੇ ਵਿੱਚ 1.5 ਸਾਲ ਕੰਮ ਕੀਤਾ। ਮੈਂ ਕਾਫੀ ਹਾਈ ਲੈਵਲ ਦਾ ਉਹਨਾਂ ਦਾ ਸੇਲ ਪਰਸਨ ਹੋ ਗਿਆ, ਕਾਫੀ ਹਾਈ ਕਿ ਵੀ ਮੈਂ ਕਾਫੀ ਹਾਈ ਹੋ ਗਿਆ। ਉਹਨਾਂ ਨੇ ਮੈਨੂੰ 1.5 ਸਾਲ ਬਾਅਦ ਇੱਕ ਅਸਿਸਟੈਂਟ ਮੈਨੇਜਰ ਦੀ ਜੌਬ ਆਫਰ ਕੀਤੀ। ਆਈ ਐਕਸੈਪਟਡ ਜੀ। 6 ਮਹੀਨੇ ਬਾਅਦ ਮੈਨੂੰ ਸੇਲਸ ਮੈਨੇਜਰ ਦੀ ਜੌਬ ਉੱਥੇ ਹੀ ਆਫਰ ਹੋ ਗਈ। ਲੌਂਗ ਸਟੋਰੀ ਸ਼ੋਰਟ, ਵਿਦਨ 4 years ਮੈਂ ਉੱਥੇ ਜਨਰਲ ਮੈਨੇਜਰ ਸੀਗਾ ਤੇ ਮੇਰੇ ਥੱਲੇ ਕੋਈ 100 ਪੀਪਲ ਕੰਮ ਕਰਦੇ ਸੀ ਉਹਨਾਂ ਦਿਨਾਂ 'ਚ। ਐਂਡ ਆਈ ਵਾਜ਼ ਦਾ ਓਨਲੀ ਪੰਜਾਬੀ ਐਂਡ ਮੈਂ ਟੌਪ ਦੇ ਉੱਤੇ ਬੈਠਾ ਸੀ ਤੇ 100 ਮੇਰੇ ਕੋਲ, ਔਰ ਮੇਰਾ ਖਿਆਲ ਹੈ ਵੀ 95 ਕੁ ਗੋਰੇ ਹੀ ਸੀਗੇ। ਸੋ ਇੱਕ ਬੜੀ ਅੱਵਲ ਦਰਜੇ ਦੀ ਡੀਲਰਸ਼ਿਪ ਸੀ, ਬੜਾ ਸਤਿਕਾਰ ਸੀ, ਬੜੇ ਬੈਨੀਫਿਟ ਸੀ, ਬੜੀ ਵਧੀਆ ਵੇਜਸ ਸੀ ਜੀ। ਪਰ 1991 ਦੇ ਵਿੱਚ ਮੈਂ ਆਪਣੇ ਆਪ ਨੂੰ ਗਿਣਿਆ ਗੱਠਿਆ, ਥੋੜ੍ਹੇ ਜਿਹੇ ਪੈਸੇ ਵੀ ਜਮ੍ਹਾਂ ਹੋ ਗਏ, ਥੋੜ੍ਹੇ ਜਿਹੇ ਜੀ। ਤੇ ਮੈਨੂੰ ਇੰਝ ਲੱਗਦਾ ਸੀਗਾ ਵੀ ਮੈਂ ਦੁਨਿਆਵੀ ਜੋ ਪੌੜੀ ਆ, ਮੇਰੀ ਜ਼ਿੰਦਗੀ ਦੀ ਪੌੜੀ ਕਹਿ ਲਓ ਦੁਨਿਆਵੀ ਨਾਲੋਂ, ਇਹਦਾ ਪੌੜਾ ਇੱਕ ਹੋਰ ਚੜ੍ਹਨਾ ਹੈ। ਇੱਕ ਜਨਰਲ ਮੈਨੇਜਰ ਆ, ਜੌਬ ਉਹਦੀ ਬੜੀ ਸੁਰੱਖਿਅਤ ਆ, ਉਹ ਬੜੀ ਲਗਨ ਆ, ਮਿਹਨਤ ਨਾਲ ਉਹ ਕੰਮ ਕਰਦਾ ਹੈ। ਕੰਪਨੀ ਉਹਦੇ ਲਈ ਕੜਾਵਾ ਇੱਦਾਂ ਬਾਹਾਂ ਕਰਕੇ ਖੜੀ ਹੈ ਤੇ ਉਸ ਕੰਪਨੀ ਨੂੰ ਅਲਵਿਦਾ ਕਹਿਣਾ ਕੋਈ ਸੌਖੀ ਗੱਲ ਨਹੀਂ। ਸਹੀ। ਤੇ ਜਦੋਂ ਮੈਂ ਇਹ ਮਨ ਬਣਾਇਆ, ਮੈਂ ਘਰ ਗੱਲ ਕੀਤੀ, ਪਾਪਾ ਜੀ ਉਦੋਂ ਜੀਂਦੇ ਸਨ, ਮਿਸਿਸ ਇਹ ਕਹਿ ਲਓ ਵੀ 2 ਦਿਨ ਘਰ ਰੋਟੀ ਨਹੀਂ ਮਿਲੀ। ਫਿਰ ਇਹਦਾ ਦਿਮਾਗ ਖਰਾਬ ਹੋ ਗਿਆ, 2 ਸਾਲ ਲੱਗ ਗਏ ਇਹਦੇ। ਵਧੀਆ ਮੈਂ ਟਰਾਈ ਕਰਦਾ ਕਨਵਿੰਸ ਕਰਨ ਦੀ ਪਰਿਵਾਰ ਨੂੰ ਵੀ ਠੀਕ ਹੈ ਤੁਸੀਂ ਮੇਰੀ ਸੈਲਰੀ ਦੇਖ ਰਹੇ ਹੋ, ਪਰ ਉਹ ਸਾਰਾ ਕੁਝ ਉੱਥੇ ਮੈਂ ਕਰਾਉਣਾ ਆ, ਮੈਨੂੰ ਹੁਣ ਆਉਂਦਾ ਆ। ਅਸੀਂ ਵੱਡੇ ਲੈਵਲ ਤੇ ਨਹੀਂ, ਅਸੀਂ ਛੋਟੀ ਲੈਵਲ ਤੇ ਖੋਲ ਲੈਂਦੇ ਆ। ਚਲੋ ਇਹਨਾਂ ਦੀ ਜੱਕੋ ਤੱਕੀ ਖਿੱਚ ਧੂ ਦੇ ਵਿੱਚ ਆਪਾਂ ਆਪਣਾ ਡਿਸੀਜਨ ਲੈ ਲਿਆ ਤੇ 6 ਕਾਰਾਂ ਬਾਏ ਕਰਕੇ ਇੱਕ ਫਰੇਜ਼ਰ ਹਾਈਵੇ ਦੇ ਉੱਤੇ ਇੱਕ ਕੋਰਨਰ ਦੇ ਵਿੱਚ ਖੜੀਆਂ ਕਰ ਲਈਆਂ। ਕਿੱਥੇ ਮਤਲਬ 300-400 ਕਾਰਾਂ ਖੜੀਆਂ, 100 ਬੰਦਾ ਤੁਹਾਡੇ ਕੋਲ ਕੰਮ ਕਰਦਾ, ਕਿੱਥੇ ਤੁਸੀਂ 6 ਕਾਰਾਂ ਖੜੀਆਂ ਕਰਕੇ ਕਾਰਾਂ ਖਰੀਦਦੇ ਵੀ ਆਪ ਹੋ, ਧੋਣੇ ਵੀ ਆਪ ਹੋ, ਵੈਕਿਊਮ ਵੀ ਆਪ ਕਰਦੇ ਹੋ, ਫਿਰ ਫਿਕਰ ਵੀ ਆ ਉਹਦਾ ਕਿਰਾਇਆ ਵੀ ਦੇਣਾ ਆ। ਪਰ ਸਾਡੇ ਹੌਸਲੇ ਬੁਲੰਦ ਸਨ, ਮੈਨੂੰ ਪਤਾ ਮੈਂ ਕੀ ਕਰ ਰਿਹਾ, ਮੇਰੇ ਕੋਲ ਗੋਲ ਸਨ, ਮੇਰੇ ਕੋਲ ਨੌਲੇਜ ਸੀ, ਤਜਰਬਾ ਸੀ। ਆਈ ਹੈਵ ਐਵਰੀਥਿੰਗ ਵਾਟ ਆਈ ਨੀਡ। ਮੇਰੇ ਕੋਲ ਸਿਰਫ ਘਾਟ ਸੀ ਤੇ ਥੋੜ੍ਹੇ ਜਿਹੇ ਪੈਸਿਆਂ ਦੀ ਘਾਟ ਸੀ, ਕਿਉਂ ਕਾਰਾਂ ਦਾ ਬਿਜ਼ਨਸ ਇਨਵੈਸਟਮੈਂਟ ਬੜੀ ਹੁੰਦੀ ਹੈ। ਸੋ ਇਸ ਕਰਕੇ ਅਸੀਂ ਆਪਾਂ ਉੱਥੋਂ ਸ਼ੁਰੂ ਉਹ ਸਫ਼ਰ ਕਰ ਲਿਆ ਤੇ ਉਹ ਸਫ਼ਰ ਹੌਲੀ ਆਪਣੇ ਸਮਾਜ ਦਾ, ਆਪਣੇ ਭਾਈਚਾਰੇ ਦਾ ਬਹੁਤ ਮਤਲਬ ਅਨਬਲੀਵਲੀ ਸਾਥ ਰਿਹਾ। ਸੋ ਹੌਲੀ ਕਰਦੇ ਆਹ ਦਿਨਾਂ ਤੇ ਆ ਗਏ ਆ ਹੁਣ, ਤੇ ਬਸ ਰੋਜ਼ ਇੰਝ ਹੀ ਸੋਚਦੇ ਆ ਵੀ ਸਾਰਾ ਜਿਹੜਾ ਆ ਹੌਲੀ ਬੱਚਿਆਂ ਦੇ ਹੱਥ ਕੁੰਜੀਆਂ ਫੜਾਉਣੀਆਂ ਮੈਂ ਤਾਂ ਸ਼ੁਰੂ ਕਰਤੀਆਂ। ਵੈਰੀ ਨਾਈਸ। ਜਿਵੇਂ ਤੁਸੀਂ ਕਿਹਾ ਕਿ ਕਮਿਊਨਿਟੀ ਦਾ ਸਾਥ ਜਿਹੜਾ ਆ ਉਹ ਜ਼ਰੂਰੀ ਹੁੰਦਾ ਆ, ਕਮਿਊਨਿਟੀ ਨੇ ਸਾਥ ਦਿੱਤਾ, ਤੁਹਾਡੇ ਘਰਦਿਆਂ ਨੇ ਸਾਥ ਦਿੱਤਾ, ਤੁਸੀਂ ਖੁਦ ਹਿੰਮਤ ਕੀਤੀ, ਹੌਸਲਾ ਕੀਤਾ। ਸੁੱਖੀ ਬਾਟ ਮੋਟਰਸ 6 ਕਾਰਾਂ ਦੇ ਨਾਲ ਤੇ ਖੁਦ ਸਿਰਫ ਸੁੱਖੀ ਬਾਟ ਨੇ ਸ਼ੁਰੂ ਕੀਤਾ। ਸੋ ਹੁਣ ਜਿਹੜੀ ਸੁੱਖੀ ਬਾਟ ਮੋਟਰਸ, ਸੁੱਖੀ ਬਾਟ ਟਰੱਕ ਸੈਂਟਰ, ਫਿਰ ਅਸੀਂ ਹੋਰ ਛੋਟੀਆਂ ਕੰਪਨੀਜ਼ ਜਿਹੜੀਆਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਬਾਰੇ ਜੇ ਗੱਲ ਕਰੀਏ ਤਾਂ ਬਹੁਤ ਸਾਰੀ ਲੰਮੀ ਚੌੜੀ ਸਾਡੀ ਗੱਲਬਾਤ ਹੋ ਜਾਣੀ ਹੈ। ਪਰ ਹੁਣ ਅੱਜ 2021 ਦੇ ਵਿੱਚ ਕਿਵੇਂ ਮਹਿਸੂਸ ਕਰਦੇ ਹੋ? ਦੇਖੋ ਪੁੱਤਰ, ਮੈਂ ਤੇ ਹੁਣ ਨਾ ਮੈਂ ਆਪਣੇ ਆਪ ਨਾਲ ਇੱਕ ਫੈਸਲਾ ਕੀਤਾ ਹੋਇਆ ਹੈ ਕਿ ਮੈਂ ਆਪਣੇ ਗੋਲ ਜਿਹੜੇ ਉਹਨਾਂ ਨੂੰ ਐਕਸਟੈਂਡ ਨਹੀਂ ਕਰ ਰਿਹਾ। ਹੁਣ ਮੇਰੇ ਜਿਹੜੇ ਬਿਜ਼ਨਸ ਵਾਲੇ ਗੋਲ ਮੈਂ ਉਹਨਾਂ ਨੂੰ ਐਕਸਟੈਂਡ ਨਹੀਂ ਕਰ ਰਿਹਾ, ਮੇਰੇ ਬੱਚੇ ਉਹਨੂੰ ਐਕਸਟੈਂਡ ਕਰਨਗੇ। ਇਹਨਾਂ ਨੂੰ ਟ੍ਰੇਨ ਕਰਤਾ, ਉਹ ਕਰ ਵੀ ਰਿਹਾ, ਇਹਨਾਂ ਨੂੰ ਫੋਲੋ ਵੀ ਕਰ ਰਿਹਾ ਹੈਗਾ। ਮੇਰੇ ਗੋਲਾਂ ਦਾ ਜਿਹੜੀ ਡਾਇਰੈਕਸ਼ਨ ਆ ਹੁਣ ਅੱਗੇ ਵੀ ਸੀਗੀ, ਉਹ ਹੋਰ ਵੀ ਬਦਲ ਜਾਣੀ। ਨੰਬਰ 1, ਸੁੱਖੀ ਬਾਟ ਨੇ ਆਪਣੇ ਆਪ ਨੂੰ ਹੋਰ ਵੀ ਪਿਆਰ ਕਰਨਾ। ਇਹਦਾ ਮਤਲਬ ਵਰਲਡ ਟੂਰ ਤੇ ਜਾਵਾਂਗੇ, ਛੁੱਟੀਆਂ ਕਰਾਂਗੇ, ਮਜ਼ਾ ਕਰਾਂਗੇ। ਦੂਸਰਾ ਪੁੱਤ, ਮੇਰੀ ਲਗਨ ਜਿਹੜੀ ਆ ਆਨੈਸਟਲੀ ਦਿਨੋਂ ਦਿਨ ਹੋਰ ਵੀ ਵੱਧਦੀ ਜਾ ਰਹੀ ਆ ਸੋਸ਼ਲ ਵਰਕ ਲਈ। ਕਿ ਮੈਨੂੰ ਇੱਦਾਂ ਲੱਗਦਾ ਹਾਂ ਕਿ ਮੈਂ ਇੱਕ ਸੌਫਟ ਹਾਰਟ ਹਿਊਮਨ ਆ ਮੈਂ, ਤੇ ਮੈਨੂੰ ਕਿਸੇ ਦਾ ਜੇ ਦੁੱਖ ਆ ਉਹਨੂੰ ਦੁੱਖ ਦੂਰ ਕਰਾਉਣ ਦੀ ਮੇਰੇ ਕੋਲ ਹਿੰਮਤ ਆ, ਮੇਰੇ ਕੋਲ ਗੁੰਜਾਇਸ਼ ਆ, ਤੇ ਮੈਂ ਕਦੀ ਵੀ ਡਿਨਾਈ ਨਹੀਂ ਕਰਦਾ। ਸੋ ਉਹ ਵੀ ਇੱਕ ਪਹਿਲੂ ਜਿਹੜਾ ਕਿ ਸਾਨੂੰ ਸਮਾਜ ਦੇ ਵਿੱਚ ਕਰਨਾ ਚਾਹੀਦਾ। ਬੇਸ਼ੱਕ ਉਹ ਮਾਂ ਬੋਲੀ ਦੀ ਜਾਂ ਸੱਭਿਆਚਾਰ ਦੀ ਪੰਜਾਬ ਭਵਨ ਦੀ ਗੱਲ ਕਰਦੇ ਜਾਂ ਆਪਣੀ ਸੁੱਖੀ ਬਾਟ ਫਾਊਂਡੇਸ਼ਨ ਹੈਗੀ, ਆਪਾਂ ਫਿਲੀਪੀਨ ਵਿੱਚ, ਥਾਈਲੈਂਡ ਵਿੱਚ, ਨੇਪਾਲ ਵਿੱਚ, ਪੰਜਾਬ ਵਿੱਚ ਔਰ ਪਾਕਿਸਤਾਨ ਵਿੱਚ
ਟਾਈਮ ਟੂ ਟਾਈਮ ਜਿੱਥੇ ਮੈਡੀਕਲ ਕੈਂਪਸ, ਬੱਚਿਆਂ ਦੀਆਂ ਫੀਸਾਂ ਨੇ, ਕੁੜੀਆਂ ਦੇ ਵਿਆਹ ਨੇ, ਔਰ ਟਾਈਮ ਟੂ ਟਾਈਮ ਬਹੁਤ ਸਾਰੀਆਂ ਕਾਲਸ ਆ ਜਾਂਦੀਆਂ ਨੇ, ਰਿਕੁਐਸਟ ਆ ਜਾਂਦੀਆਂ ਆ। ਉਹਨੂੰ ਜਦੋਂ ਸਾਡੇ ਉਹ ਮੈਨੇਜ ਕਰਨ ਦੀ ਪਹੁੰਚ ਵਿੱਚ ਹੈਗੇ ਨੇ ਤੇ ਅਸੀਂ ਆਲਵੇਜ਼ ਦੇਅਰ। ਬੇਸ਼ੱਕ ਉਹ ਨੇਪਾਲ 'ਚ ਅਰਥਕੁਏਕ ਆ ਗਿਆ, ਬੇਸ਼ੱਕ ਉਹ ਪੰਜਾਬ 'ਚ ਹੜ੍ਹ ਆ ਗਏ ਨੇ, ਬੇਸ਼ੱਕ ਕਿਸੇ ਤਰ੍ਹਾਂ ਦਾ ਵੀ ਹੋਵੇ, ਐਜ਼ ਲੌਂਗ ਉਹ ਸਾਡੀ ਪਹੁੰਚ ਵਿੱਚ ਹੈ, ਅਸੀਂ ਆਲਵੇਜ਼ ਟਰਾਈ ਕਰਦੇ ਹਾਂ ਉੱਥੇ ਹਾਜ਼ਰ ਹੋਣ ਦੀ। ਕਮਿਊਨਿਟੀ ਦੀ ਗੱਲ ਕੀਤੀ ਹੈ ਤੁਸੀਂ, ਜਦੋਂ ਕਮਿਊਨਿਟੀ ਦੇ ਲਈ ਕੰਮ ਕਰਦੇ ਹਾਂ, ਕਮਿਊਨਿਟੀ ਸਾਡੇ ਲਈ ਖੜਦੀ ਹੈ, ਤਾਂ ਸਾਨੂੰ ਵੀ ਕਮਿਊਨਿਟੀ ਨੂੰ ਬੈਕ ਦੇਣਾ ਚਾਹੀਦਾ। ਸੋ ਇਟਸ ਟਾਈਮ ਫॉर ਗਿਵਿੰਗ ਬੈਕ ਟੂ ਕਮਿਊਨਿਟੀ। ਸੋ ਜਦੋਂ ਕਮਿਊਨਿਟੀ ਨੂੰ ਬੈਕ ਕਰਨ ਦੀ ਗੱਲ ਆਉਂਦੀ ਹੈ, ਜੇ ਸਾਡੇ 'ਚ ਸਮਰੱਥਾ ਹੈਗੀ ਹੈ, ਜੇ ਅਸੀਂ ਕਰ ਸਕਦੇ ਹਾਂ, ਸਾਡੇ 'ਚ ਹਿੰਮਤ ਹੈਗੀ ਹੈ, ਤਾਂ ਵਾਈ ਨਾਟ। ਸੋ ਕਮਿਊਨਿਟੀ ਵੀ ਤੁਹਾਡਾ ਜਿਹੜਾ ਉਨਾ ਹੀ ਸਾਥ ਦਿੰਦੀ ਹੈ ਜਿੰਨਾ ਤੁਸੀਂ ਕਮਿਊਨਿਟੀ ਦਾ ਸਾਥ ਦਿੰਦੇ ਆ। ਜਿਵੇਂ ਅਸੀਂ ਤੁਹਾਡੀ ਗੱਲ ਕਰ ਲਈਏ, ਪੰਜਾਬ ਭਵਨ ਦੀ ਗੱਲ ਕਰ ਲਈਏ, ਅਸੀਂ ਜਿਵੇਂ ਫਾਊਂਡੇਸ਼ਨ ਦੀ ਗੱਲ ਕੀਤੀ ਹੈ, ਹੋਰ ਕੰਪਨੀਜ਼ ਦੀ ਗੱਲ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਹੁਣ ਤੁਸੀਂ ਕਿਹਾ ਕਿ ਹੁਣ ਬੱਚਿਆਂ ਦੇ ਹੱਥ ਵਿੱਚ ਆ ਰਹੀਆਂ ਨੇ, ਪਰ ਜਦੋਂ ਅਸੀਂ ਹੈਂਡ ਓਵਰ ਕਰ ਦਿੰਦੇ ਹਾਂ ਬੱਚਿਆਂ ਨੂੰ, ਪਰ ਫਿਰ ਵੀ ਕੀ ਉਮੀਦਾਂ ਨੇ, ਆਸਾਂ ਕੀ ਨੇ? ਦੇਖੋ ਜੀ, ਬਿਜ਼ਨਸ ਦੇ ਵਿੱਚ ਮੈਂ ਬੱਚਿਆਂ ਨੂੰ ਕਾਫੀ ਟ੍ਰੇਨ ਕਰ ਦਿੱਤਾ ਹੈ। ਆਮ ਫੁਲੀ ਸੈਟਿਸਫਾਈਡ ਵਿਦ ਇਟ। ਹਾਂ, ਜਿਹੜਾ ਸੋਸ਼ਲ ਵਰਕ ਹੈ, ਸ਼ਾਇਦ ਹਾਲੇ ਕਾਲੇ ਯੰਗ ਹੈਗੇ ਨੇ ਨਾ, ਵੀ ਆਪਣੇ ਆਪ ਨੂੰ ਫਲਾਣਾ ਆ, ਇਹਨਾਂ ਨੂੰ ਹਾਲੇ ਉਹਨਾਂ ਉੱਧਰ ਨੂੰ ਲੀਨ ਨਹੀਂ ਕੀਤਾ। ਅਤੇ ਦੂਸਰੇ ਪਾਸੇ ਮੈਂ ਵੀ ਹਾਲੇ ਸੋਚਦਾ ਰਹਿੰਦਾ, ਬਾਬੇ ਦੀ ਕਿਰਪਾ ਰਹੇ ਵੀ ਹਾਲੇ ਮੇਰਾ ਹਾਲੇ ਟਾਈਮ ਹੈਗਾ ਸੋਸ਼ਲ ਵਰਕ ਕਰਨ ਦਾ, ਰਾਈਟ। ਸੋ ਇਹ ਜਿਹੜਾ ਪੁੱਤਰ ਬਹੁਤ ਹੁੰਦਾ ਹੈ। ਬਸ ਸਿੰਪਲ ਜੇ ਕਹਿਣਾ ਹੋਵੇ ਵੀ ਮੈਂ ਤਾਂ ਇਹ ਅਰਦਾਸ ਕਰਦਾ ਕਿ ਵਾਹਿਗੁਰੂ, ਜਿਹੜੀ ਮੇਰੀ ਥਾਲੀ ਵਿੱਚ ਰੋਟੀਆਂ ਪਈਆਂ ਨਾ, ਇਹਨਾਂ ਰੋਟੀਆਂ 'ਚੋਂ ਇੱਕ ਰੋਟੀ ਉਹਨਾਂ ਦੇ ਨਸੀਬ ਕਰਦੇ ਜਿਨ੍ਹਾਂ ਕੋਲ ਥਾਲੀ ਵੀ ਨਹੀਂ ਹੈ। ਸੋ ਇੱਦਾਂ ਦਾ ਜਿਹੜਾ ਜਦੋਂ ਦਿਮਾਗ 'ਚ ਬਸ ਜਾਂਦਾ ਪੁੱਤਰ, ਰਿਡੈਕਸ਼ਨਸ ਨੇ। ਤੁਸੀਂ ਯਕੀਨ ਕਰ ਰਹੇ ਹੋ, ਆ ਕੋਵਿਡ ਕਰਕੇ ਇੰਡੀਆ ਨੇ ਗਿਆ, ਪਿਛਲੇ ਸਾਲ ਕੁੜੀਆਂ ਦੇ ਵਿਆਹ ਨਹੀਂ ਕਰ ਹੋਏ। ਮੇਰੇ ਲਈ ਕੁਛ ਮਿਸਿੰਗ ਆ, ਬਿਕੋਜ਼ ਆਈ ਡੂ ਐਵਰੀ ਈਅਰ। ਉਹ ਹੁਣ ਬੜੀ ਜਲਦੀ ਹੋ ਰਿਹਾ ਵੀ ਕਿੱਦਣ ਖੁੱਲ੍ਹੇ, ਕਿੱਦਣ ਜਾਈਏ, ਧੀਆਂ ਦੇ ਹੱਥ ਪੀਲੇ ਕਰੀਏ, ਸਕੂਨ ਚਾਹੀਏ ਜ਼ਿੰਦਗੀ ਦਾ, ਮਤਲਬ ਮਨ ਦਾ ਸਕੂਨ ਜਿਹੜਾ ਹੈ। ਔਰ ਮੈਂ ਪੁੱਤਰ ਇਹ ਤੁਹਾਡੇ ਦਰਸ਼ਕਾਂ ਨੇ ਜ਼ਰੂਰ ਸਾਂਝ ਪਾਉਣਾ, ਮੈਂ ਆਏ ਦਿਨ ਕੁਛ ਨਾ ਕੁਛ ਇੱਦਾਂ ਦਾ TV ਰੇਡੀਓ 'ਤੇ ਗੱਲ ਕਰਦਾ ਰਹਿੰਦਾ ਜੀ। ਬਾਬਾ ਨਾਨਕ ਹੁਣ ਵੀ ਦੇਖਦਾ, ਮੈਂ ਇਹ ਕਦੀ ਆਪਣੀ ਪ੍ਰਸ਼ੰਸਾ ਲਈ ਗੱਲ ਨਹੀਂ ਕਰਦਾ, ਮੈਂ ਆਪਣੇ ਭਾਈਚਾਰੇ ਨੂੰ ਨਾਲ ਤੋਰਨ ਦੀ ਗੱਲ ਕਰਦਾ ਜੀ। ਸੋ ਜਦੋਂ ਵੀ ਸਾਡੇ ਕੋਲ, ਤੁਹਾਡੇ ਕੋਲ $5 ਵੀ ਬਹੁਤ ਨੇ ਜੇ ਤੁਸੀਂ ਕੋਈ ਭਲੇ ਦਾ ਕੰਮ ਕਰਨਾ ਜੀ। ਬਿਲਕੁਲ। ਹਾਂ, ਸੋ ਪਲੀਜ਼ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ। ਮੈਂ ਵੀ ਲੱਗਾ ਹੋਇਆ। ਬਿਲਕੁਲ। ਤੇ ਬਾਕੀ ਪੈਸੇ ਵੀ ਨਹੀਂ, ਤੁਹਾਨੂੰ ਟਾਈਮ ਵੀ ਕੱਢਣਾ ਪੈਂਦਾ, ਟਾਈਮ ਦਾ ਦਸਵੰਧ ਵੀ ਕੱਢਣਾ ਪੈਂਦਾ। ਤੁਸੀਂ ਇਹ ਜਿਹੀਆਂ ਚੀਜ਼ਾਂ ਦੇ ਲਈ ਸੋਚਦੇ ਆ, ਕੰਮ ਕਰਦੇ ਆ, ਫਿਰ ਉਹ ਟਾਈਮ ਕੱਢ ਕੇ ਉਹਨਾਂ ਦੇ ਲਈ ਖੁਦ ਜਾਂਦੇ ਆ। ਸੋ ਬਹੁਤ ਵੱਡੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਜੇ ਅਸੀਂ ਤੁਹਾਡੇ ਪੰਜਾਬ ਦੇ ਸਫ਼ਰ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਦੀ ਗੱਲ ਕੀਤੀ ਹੈ, ਤਾਂ ਬਹੁਤ ਸਾਰੀਆਂ ਅਚੀਵਮੈਂਟਸ ਤੁਹਾਨੂੰ ਮਿਲੀਆਂ ਹੈਗੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਵੱਧ ਚੜ੍ਹ ਕੇ ਹਿੱਸਾ ਲਿਆ ਹੈਗਾ। ਅੱਜ ਤੁਹਾਨੂੰ ਫਿਰ ਤੋਂ ਕਰੀਬ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਸੋ ਕੀ ਕਹੋਗੇ ਅੱਜ ਦੇ ਲਈ? ਬਸ ਪੁੱਤਰ, ਤੁਹਾਨੂੰ ਮੈਂ ਤਾਂ ਪਹਿਲਾਂ ਦੁਆਵਾਂ ਦਿੰਦਾ। ਮੈਂ ਤਾਂ ਵੈਸੇ ਸਾਰੀ ਦੁਨੀਆ ਨੂੰ, ਸਾਰੇ ਜੱਗ ਨੂੰ, ਸਭ ਨੂੰ ਦੁਆਵਾਂ ਹੀ ਦਿੰਦਾ। ਮੈਂ ਕਦੀ ਰੰਜਿਸ਼ ਨਹੀਂ ਕਿਸੇ ਨਾਲ, ਮੇਰੀ ਕੋਈ ਵੈਰ ਵਿਰੋਧ ਨਹੀਂ ਕਿਸੇ ਨਾਲ, ਨੈਗੇਟਿਵਿਟੀ ਦੀ ਗੱਲ ਨਹੀਂ ਮੈਂ ਕਦੀ ਕਰਦਾ। ਪੋਜ਼ਿਟਿਵ ਰਹਿਣਾ ਆ, ਜ਼ਿੰਦਗੀ ਜੀਣ ਦਾ ਨਾਂ ਹੈ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਦਾ ਆਸਰਾ ਬਣ ਕੇ, ਇੱਕ ਦੂਜੇ ਦਾ ਸਹਾਰਾ ਬਣ ਕੇ, ਇੱਕ ਦੂਜੇ ਨੂੰ ਸਮਹਾਉ ਪੋਜ਼ਿਟਿਵਨੈਸ 'ਤੇ ਲੈ ਕੇ ਆਉਣਾ। ਇਹ ਜ਼ਿੰਦਗੀ ਆ। ਆਪਣੇ ਆਪ ਨੂੰ ਪਿਆਰ ਕਰੋ, ਆਪਣੇ ਬੱਚਿਆਂ ਨੂੰ ਪਿਆਰ ਕਰੋ, ਪਰ ਇੱਕ ਗੱਲ ਨਾ ਭੁੱਲਿਓ, ਪੈਸਾ ਹੀ ਸਭ ਕੁਛ ਨਹੀਂ, ਆਪਣੇ ਸਮਾਜ ਨੂੰ ਵੀ ਪਿਆਰ ਕਰੋ। ਬਿਲਕੁਲ। ਧੰਨਵਾਦ ਜੀ ਬਹੁਤ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ। ਮੇਰਾ ਨਾਮ ਹੈਗਾ ਨੈਸ਼ ਖਾਨ, ਨਸਰ ਖਾਨ। ਮੈਂ ਇੱਥੇ ਸੇਲਸ ਮੈਨੇਜਰ ਹੈਗਾ ਸੁਖੀਬਾਦ ਮੋਟਰ 'ਤੇ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੁਖੀਬਾਦ ਮੋਟਰ ਦੇ ਮੇਰਾ ਜਿਹੜਾ ਕਿੰਨਾ ਰਿਲੇਸ਼ਨਸ਼ਿਪ ਰਿਹਾ ਹੈਗਾ ਉਹਨਾਂ ਦੇ ਨਾਲ। ਆਲਮੋਸਟ ਮੈਨੂੰ ਇੱਦਾਂ ਸਮਝੋ 25 ਸਾਲ ਹੋ ਗਏ ਨੇ। ਮੈਂ ਸੁਖੀਬਾਦ ਤੋਂ ਬਹੁਤ ਕੁਝ ਸਿੱਖਿਆ ਹੈਗਾ, ਜੇ ਹਜੇ ਵੀ ਅਸੀਂ ਸਿੱਖ ਰਹੇ ਉਹਨਾਂ ਤੋਂ। ਜਿੱਦਾਂ ਸੁਖੀਬਾਦ ਨੇ ਤਰੱਕੀ ਕੀਤੀ ਹੈ, ਜਿੱਦਾਂ ਆ ਆਪਣੇ ਬਿਜ਼ਨਸ ਨੂੰ ਲੈ ਕੇ ਚੱਲਿਆ ਹੈਗਾ, ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈਗੇ। ਨਾਲੇ ਅਸੀਂ ਉਹੀ ਟ੍ਰੇਨਿੰਗ, ਜਿਹੜੀ ਸੇਲਸ ਦੀ ਟ੍ਰੇਨਿੰਗ ਹੈਗੀ, ਆਪਣੇ ਸੇਲਸ ਪਰਸਨਾਂ ਨੂੰ ਵੀ ਦਿੱਤੀ ਹੈਗੀ। ਅਤੇ ਮੈਂ ਤੁਹਾਨੂੰ ਇਹ ਕਹਾਂਗਾ, ਜਿਹੜੇ ਸੁਖੀਬਾਦ ਦੀ ਜਿਹੜੀ ਅਸੀਂ ਉਹਨਾਂ 'ਚੋਂ ਇੰਨੇ ਇੰਸਪਾਇਰ ਹੈਗੇ ਹਾਂ, ਉਹ ਜਿਹੜਾ ਕੰਮ ਕਰ ਰਹੇ ਹੈਗੇ, ਬਿਜ਼ਨਸ ਜਿਹੜਾ ਹੈਗਾ ਉਹਨਾਂ ਦਾ ਕਮਿਊਨਿਟੀ ਵਾਸਤੇ ਜਿਹੜਾ ਕਰ ਰਹੇ ਹੈਗੇ ਨਾ। ਤੁਸੀਂ ਸੁਣਿਆ ਹੋਣਾ ਹੈ ਕਿ ਭਈ ਉਹਨਾਂ ਦੇ ਜਿਹੜੀ ਫਾਊਂਡੇਸ਼ਨਸ ਹੈਗੀ, ਜਿਹੜੀ ਕੰਮ ਕਰ ਰਹੇ ਹੈ ਬਾਹਰਲੇ ਮੁਲਕਾਂ 'ਚੋਂ, ਜਿਨ੍ਹਾਂ ਤੋਂ ਫਿਲੀਪੀਨ ਹੋ ਗਿਆ, ਤੁਹਾਡੇ ਥਾਈਲੈਂਡ ਹੋ ਗਿਆ, ਪਾਕਿਸਤਾਨ ਹੋ ਗਿਆ, ਇੰਡੀਆ ਹੋ ਗਿਆ, ਸਾਰਾ ਕੁਝ ਉਹ ਵਧੀਆ ਬਹੁਤ ਕੰਮ ਕਰ ਰਹੇ। ਉਹਨਾਂ ਦਾ ਸੋਸ਼ਲ ਨੈਟਵਰਕ ਇੰਨਾ ਹੁਣ ਵੱਧ ਗਿਆ ਹੈ, ਤੁਸੀਂ ਬਿਲੀਵ ਨਹੀਂ ਕਰ ਸਕਦੇ। ਨਾਲੇ ਹੀ ਇਜ਼ ਵੈਰੀ ਗੁੱਡ ਪਰਸਨ। He cares about his employees. He cares about everything. He cares about, your families. And honestly, we are very happy to work with him. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਜੀਵਨ ਬਾਟ ਤੇ ਮੈਂ ਹੈਗੀ ਸੁਖੀਬਾਦ ਦੀ ਡਾਟਰ।
ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ ਹੈਗਾ ਆ। ਮੈਨੂੰ 34 ਇਅਰਸ ਹੋ ਗਏ, ਮੈਂ ਮੇਰੇ ਡੈਡ ਦੇ ਨਾਲ ਇਕੱਠੀ ਰਹਿੰਦੀ ਹੈਗੀ ਹਾਂ। ਅਸੀਂ ਬਹੁਤ ਜ਼ਿਆਦਾ ਕਲੋਜ਼ ਹੈਗੇ ਹਾਂ। ਮੇਰੇ ਫਾਦਰ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈਗਾ। ਇੱਕ ਤਾਂ ਚਲੋ ਬਿਜ਼ਨਸ ਚਲਾਉਣਾ ਉਹ ਤਾਂ ਅਸੀਂ ਸਿੱਖ ਗਏ ਅਤੇ ਐਕਚੁਅਲੀ ਹਜੇ ਸਿੱਖ ਵੀ ਰਹੇ ਹੈਗੇ ਹਾਂ, ਪਰ ਉਹਨਾਂ ਨੇ ਇਹ ਵੀ ਸਿਖਾਇਆ ਕਿ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹਿਣਾ, ਦੂਜਿਆਂ ਨੂੰ ਰਿਸਪੈਕਟ ਕਰਨੀ। ਸੋ ਥੈਂਕ ਯੂ ਸੋ ਮਚ ਡੈਡ for all the hard work that you've done for me and my brother। ਅਸੀਂ ਬਹੁਤ ਥੈਂਕਫੁਲ ਹੈਗੇ ਹਾਂ ਅਤੇ ਉਮੀਦ ਹੈ ਕਿ ਜੋ ਕੁਝ ਤੁਸੀਂ ਸਟਾਰਟ ਕੀਤਾ ਹੈਗਾ ਉਹ ਅਸੀਂ ਹੁਣ ਨੈਕਸਟ ਜਨਰੇਸ਼ਨ ਲਈ ਕੰਟੀਨਿਊ ਕਰਾਂਗੇ। ਸੋ ਥੈਂਕ ਯੂ ਸੋ ਮਚ। ਦੇਸ਼ ਤੋਂ ਵਿਦੇਸ਼ ਆ ਕੇ ਵਸਣਾ, ਆਪਣੀਆਂ ਜੜ੍ਹਾਂ ਨੂੰ ਨਾ ਭੁੱਲਣਾ, ਬਿਜ਼ਨਸ ਐਸਟੈਬਲਿਸ਼ ਕਰਨਾ, ਨਾਮ ਬਣਾਉਣਾ, ਪਹਿਚਾਨ ਬਣਾਉਣੀ, ਕਮਿਊਨਿਟੀ ਦਾ ਕੋਈ ਵੀ ਕੰਮ ਹੋਵੇ ਵੱਧ ਚੜ੍ਹ ਕੇ ਹਿੱਸਾ ਲੈਣਾ ਅਤੇ ਫਿਰ ਵੀ ਪੋਜ਼ੀਟਿਵ ਰਹਿਣਾ। ਅਜਿਹੀ ਜ਼ਿੰਦਗੀ ਦੇ ਸਫ਼ਰ ਨੂੰ ਸਲਾਮ।